देश दुनिया च वसदे पंजाबियों को खुशामदीद। मैं हरजिंदर सिंह रंधावा, तुस देख रहे हो पंजाब टेलीविजन और मेरे नाल ने राजीव भास्कर। भास्कर साहब, स्वागत है। शुक्रिया रंधावा जी। समा किसी के प्यो का नहीं होंदा ते ना ये किसी का जरखा खरीद गुलाम होंदा है। समा बड़ा बलवान होंदा है, जदों चाहे जिन्हों मर्जी गोडियां थले लै ले। पंजाब दे विच दो परसनैलिटी कल्ट सियासत दे, प्रकाश सिंह बादल ते कैप्टन अमरिंदर सिंह एक युग वर्गे ने, एडे वड्डे कि इन्हां दोवां दे नां ते सियासत घुमदी आ लगभग 4 दहाके। ते अज दोनां नूं राजधानी दे विच तलब कीता गया ਪ੍ਰੀਖਿਆ ਲਈ। ਇੱਕ ਪੰਜਾਬ ਦੀ ਅੱਧੀ ਅਧੂਰੀ ਰਾਜਧਾਨੀ ਜਿਹੜੇ ਇਹਨਾਂ ਦੀਆਂ ਗਲਤੀਆਂ ਕਰਕੇ ਸਾਡੀ ਹੋ ਨਾ ਸਕੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ, ਉੱਥੇ ਤਲਬ ਕੀਤੇ ਗਏ SIT ਦੁਆਰਾ। ਤੇ ਦੂਜੇ ਕੈਪਟਨ ਅਮਰਿੰਦਰ ਸਿੰਘ ਦਿੱਲੀ 'ਚ ਤਲਬ ਕੀਤੇ, ਜਿਹੜੀ ਦਿੱਲੀ ਨੇ ਕਦੇ ਪੰਜਾਬ ਨਾਲ ਨਿਆਂ ਹੀ ਨਹੀਂ ਕੀਤਾ। ਦੋਨਾਂ ਨੇ ਜਿਨ੍ਹਾਂ ਨੇ ਸਦਾ ਤਾਜ ਝੂਟੇ, ਜਿਨ੍ਹਾਂ ਨੇ ਸਦਾ ਤਾਜ ਪਹਿਨੇ, ਅੱਜ ਉਹਨਾਂ ਨੂੰ ਬੇਤਾਜ ਹੋਣਾ ਪਿਆ, ਅੱਜ ਦੂਜਿਆਂ ਦੇ ਮੁਤਾਜ ਹੋਣਾ ਪਿਆ। ਸਵਾਲ ਅੱਗੇ ਜਾ ਕੇ ਕਰਦੇ ਆ ਕਿ ਉੱਥੇ ਕੀ ਕੀ ਵਾਪਰਿਆ, ਲੇਕਿਨ ਸਮੇਂ ਦੀ ਤਾਕਤ ਦਾ ਅੰਦਾਜ਼ਾ ਇਸ ਗੱਲ ਤੋਂ ਲੱਗ ਸਕਦਾ ਹੈ ਕਿ ਕਦੋਂ ਇਹ ਰਾਜੇ ਤੋਂ ਰੰਕ ਬਣਾਉਂਦੀ ਆ ਤੇ ਕਦੇ ਇਹ ਕਿਸੇ ਨੂੰ ਅਸਮਾਨ ਤੇ ਬਿਠਾ ਦਿੰਦੀ ਆ। ਓਵਰਨਾਈਟ ਅੰਬਰ ਤੇ ਨਾਂ ਵੀ ਲਿਖਿਆ ਜਾਂਦਾ ਹੈ। ਇਹ ਸਵਾਲ ਬੜੇ ਵੱਡੇ ਨੇ ਕਿ ਆਖਰ ਅਸੀਂ ਆਪਣੇ ਸਮਿਆਂ ਦੇ ਵਿੱਚ ਆਪਣੀ ਭੂਮਿਕਾ ਨੂੰ ਤਰਕ ਸੰਗਤ ਬਣਾਉਂਦੇ ਆ ਕਿ ਨਹੀਂ, ਅਸੀਂ ਆਪਣੀ ਜੰਮੇ ਲੱਗੀ ਭੂਮਿਕਾ ਨੂੰ ਠੀਕ ਢੰਗ ਨਾਲ, ਪ੍ਰਭਾਵੀ ਢੰਗ ਨਾਲ ਸਰਅੰਜਾਮ ਦਿੰਦੇ ਆ ਕਿ ਨਹੀਂ। ਇਹਨਾਂ ਦੋਨਾਂ ਤੇ ਇਲਜ਼ਾਮ ਨੇ ਕਿ ਇਹਨਾਂ ਨੇ ਵਾਅਦੇ ਕੀਤੇ, ਪੂਰੇ ਨਾ ਕੀਤੇ। ਇਹਨਾਂ ਦੋਨਾਂ ਤੇ ਇਹ ਵੀ ਇਲਜ਼ਾਮ ਆਉਂਦੇ ਆ ਕਿ ਇਹਨਾਂ ਨੇ ਸਿਆਸਤ ਨੂੰ ਰਿਆਇਤਾਂ ਤੇ ਰਾਹਤਾਂ ਦੀ ਬਣਾਤਾ, ਖੈਰਾਤੀ ਜੇ ਬਣਾਤੇ। ਪੰਜਾਬੀ ਕਰਜ਼ੇ ਚੜ ਗਏ ਤੇ ਬੁਰਾ ਹਾਲ ਹੋ ਗਿਆ। ਲੇਕਿਨ ਸਵਾਲ, ਹੁਣ ਮੈਂ ਭਾਸ਼ਣ ਤੇ ਨਾ ਜਾਵਾਂ, ਭਾਸਕਰ ਸਾਹਿਬ ਸੱਚਿਓ ਕਦੇ ਕਦੇ ਬੜੇ ਵੱਡੇ ਵੀ ਕਹਿੰਦੇ ਆ ਕਿ ਉਹ ਕਹਿੰਦੇ ਨਾ, ਆਇਆ ਹੀ ਹੁਣ ਊਠ ਪਹਾੜ ਦੇ ਨੀਚੇ। ਮੈਂ ਨਹੀਂ ਕਹਿੰਦਾ, ਇਹ ਸਾਰੀ ਦੁਨੀਆ ਕਹਿੰਦੀ ਆ। ਭਾਸਕਰ ਸਾਹਿਬ, ਅੱਜ ਦਿੱਲੀ 'ਚ ਕੀ ਵਾਪਰਿਆ? ਸੁਣਿਆ ਕੈਪਟਨ ਅਮਰਿੰਦਰ ਸਿੰਘ ਨੂੰ ਖਰੀਆਂ ਖਰੀਆਂ ਸੁਣਾਤੀਆਂ 3 ਮੈਂਬਰੀ ਪੈਨਲ ਨੇ, ਜਿਹੜੇ ਪੈਨਲਾਂ ਨੂੰ ਕਦੇ ਕੈਪਟਨ ਮੰਨਦੇ ਹੀ ਨਹੀਂ ਸੀ, ਅੱਜ ਸੁਣਿਆ ਸੁਣਨੀਆਂ ਪੈ ਗਈਆਂ। ਤੇ ਨਾਲ ਹੀ ਕਹਿੰਦੇ ਅਗਲੀ ਵਾਰੀ ਚਿਹਰਾ ਜਿਹੜਾ ਉਹ ਕੋਈ ਨਹੀਂ ਹੋਊਗਾ, ਰਾਹੁਲ ਗਾਂਧੀ, ਸੋਨੀਆ ਗਾਂਧੀ। ਉਹ ਰਾਹੁਲ ਗਾਂਧੀ ਜਿਹੜਾ ਲਗਾਤਾਰ ਫਲਾਪ ਹੈ, ਉਹ ਸੋਨੀਆ ਗਾਂਧੀ ਜਿਹੜੇ ਪਾਰਟੀ ਤੇ ਕੰਟਰੋਲ ਹੀ ਨਹੀਂ ਰੱਖ ਰਹੇ, ਪੰਜਾਬੀਆਂ ਲਈ ਚਿਹਰਾ ਹੋਣਗੇ। ਇਹੋ ਜਿਹੇ ਚਿਹਰਿਆਂ ਨਾਲ ਪੰਜਾਬ ਪਿਛਲੇ 50 ਸਾਲਾਂ ਤੋਂ ਤੁਰਿਆ ਆਉਂਦਾ। ਕੀ ਬਦਲ ਜਾਊ? ਕੈਪਟਨ ਸਾਹਿਬ ਦੀ ਮਨੋਸਥਿਤੀ ਕੀ ਰਹੀ ਹੋਊਗੀ? ਸਿੱਧੂ ਨੂੰ ਕੁਝ ਮਿਲਿਆ ਕਿ ਨਹੀਂ ਮਿਲਿਆ? ਹਾਮੀ ਵੀ ਭਰੀ ਕਿਸੇ ਕਿ ਨਹੀਂ? ਉਹਦਾ ਨਾਮ ਹੀ ਕਿਤੇ ਆਇਆ ਕਿ ਨਹੀਂ? ਕੀ ਕਹਿੰਦੇ ਹੋ? ਜਦ ਤੋਂ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਮੀਡੀਆ ਨੂੰ ਇੰਟਰਵਿਊ ਦੇਣਾ ਸ਼ੁਰੂ ਕੀਤਾ, ਭਾਵੇਂ ਉਹ 30 ਤੋਂ 35 ਚੈਨਲ ਸੀਗੇ ਜਿਨ੍ਹਾਂ ਨੂੰ ਉਹਨਾਂ ਨੇ ਇੰਟਰਵਿਊ ਦਿੱਤਾ, ਇੰਟਰਵਿਊ ਦਾ ਪੂਰੀ ਸਕ੍ਰਿਪਟ ਉਹ ਸੀਗੀ ਜਿਹੜਾ ਸਿੱਧੂ ਸਾਹਿਬ ਕਹਿਣਾ ਚਾਹੁੰਦੇ ਸੀਗੇ। ਮੈਨੂੰ ਇਹ ਲੱਗਦਾ ਹੈ ਕਿ ਮੈਂ 30 ਵਿੱਚੋਂ 10 ਕੁ ਇੰਟਰਵਿਊ ਤਾਂ ਉਹਨਾਂ ਦੇ ਦੇਖੇ ਨੇ, ਔਰ 10 ਵਿੱਚੋਂ ਕਿਸੇ ਵੀ ਜਗ੍ਹਾ ਇੱਦਾਂ ਦੀ ਗੱਲ ਨਹੀਂ ਲੱਗੀ ਕੋਈ ਨਵੀਂ ਗੱਲ ਆਈ ਹੋਏ। ਨਵੀਂ ਮੀਨਸ ਜਿਹੜੇ ਪਹਿਲੇ ਇੰਟਰਵਿਊ ਦੇ ਵਿੱਚ ਦੇਖੀ ਸੀਗੀ, ਜਿਹੜੀ ਅਖਬਾਰਾਂ ਦੇ ਵਿੱਚ ਇੰਟਰਵਿਊ ਦੇ ਵਿੱਚ ਪੜ੍ਹੀ ਸੀਗੀ, ਉਹ ਸੇਮ ਗੱਲਾਂ ਸਾਰਿਆਂ ਦੇ ਵਿੱਚ ਰਿਪੀਟ ਹੋਈ। ਔਰ ਰਿਪੀਟ ਵੀ ਕੀ ਹੋਈ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਇੰਟਰਵਿਊ ਦੇ ਵਿੱਚ ਉਹਨਾਂ ਨੇ ਤੂੰ ਵੀ ਕਿਹਾ। ਹਾਲਾਂਕਿ ਪੰਜਾਬੀਆਂ ਦੇ ਵਿੱਚ ਜਦ ਤੂੰ ਕਹਿੰਦੇ ਨੇ ਤੇ ਉਹਦੇ ਵਿੱਚ ਜਾਂ ਤੇ ਬਹੁਤਾ ਪਿਆਰ ਹੁੰਦਾ ਹੈ ਜਾਂ ਫਿਰ ਪੂਰੀ ਦੁਸ਼ਮਣੀ ਹੁੰਦੀ ਹੈ। ਪਰ ਇਸ ਗੱਲ ਦੇ ਵਿੱਚ ਜਦ ਉਹ ਤੂੰ ਕਹਿੰਦੇ ਸੀ ਨਾ, ਔਰ ਜਿੱਦਾਂ ਬੜਕਾਂ ਮਾਰਦੇ ਸੀਗੇ, ਉਹਦੇ ਵਿੱਚ ਕਿਸੇ ਨਾ ਕਿਸੇ ਜਗ੍ਹਾ ਗੁੱਸਾ ਵੀ ਨਜ਼ਰ ਆਉਂਦਾ ਸੀਗਾ। ਔਰ ਉਹ ਗੁੱਸਾ ਫਰਸਟ੍ਰੇਸ਼ਨ ਵੀ ਹੋ ਸਕਦਾ ਹੈ ਔਰ ਓਵਰ ਕੌਨਫੀਡੈਂਸ ਵੀ ਹੋ ਸਕਦਾ ਹੈ। ਗੱਲ ਫਰਸਟ੍ਰੇਸ਼ਨ ਦੇ ਬਾਰੇ 'ਚ ਕਰੀਏ ਕਿ ਜਦ ਤੁਹਾਨੂੰ ਪੂਰੇ ਭਰੇ ਪਏ ਹੋ ਤੁਸੀਂ, ਫਿਰ ਇੱਦਾਂ ਦੀ ਆਵਾਜ਼ ਤੁਹਾਡੀ ਨਿਕਲਦੀ ਹੈ ਜਿੱਦਾਂ ਹੁੱਕਿਆ ਮਾਰ ਕੇ ਤੁਸੀਂ ਕੁਝ ਕਰਦੇ ਹੋ ਨਾ। ਜਿੱਦਾਂ ਇੰਟਰਵਿਊ ਦੇ ਵਿੱਚ ਅਗਰ ਤੁਸੀਂ ਸਿੱਧੂ ਉਹਨਾਂ ਦਾ ਇੰਟਰਵਿਊ ਜਿੰਨੀ ਵਾਰ ਮਰਜ਼ੀ ਦੇਖ ਲਓ, ਉਹਦੇ ਵਿੱਚ ਹਮੇਸ਼ਾ ਤੁਹਾਨੂੰ ਇਹ ਲੱਗੇਗਾ ਕਿ ਉਹਨਾਂ ਦੇ ਕੋਲ ਜਿਹੜਾ ਲਾਸਟ ਬੰਬ ਸੀਗਾ ਨਾ ਕੈਪਟਨ ਦੇ ਖਿਲਾਫ, ਉਹ ਉਹਨਾਂ ਨੇ ਛੱਡਤਾ। ਚਲੋ ਬੰਬ ਤੇ ਛੱਡਤਾ। ਬੰਬ ਤੋਂ ਬਾਅਦ ਦਿੱਲੀ ਦੀ ਵਾਰੀ ਆਈ, ਦਿੱਲੀ ਨੇ ਤਲਬ ਕਰ ਲਏ। ਸਿੱਧੂ ਉਹਨਾਂ ਦੇ ਬਾਰੇ 'ਚ ਇੱਕ ਖਬਰ ਛਪੀ ਕਿ ਵੀ ਉਹਨਾਂ ਨੂੰ ਵੀ ਦਿੱਲੀ ਤਲਬ ਕੀਤਾ ਸੀਗਾ, ਪਰ ਉਹ ਨਹੀਂ ਗਏ। ਸਿੱਧੂ ਉਹਨਾਂ ਨੇ ਅੱਜ ਟਵੀਟ ਕਰਕੇ ਇਹ ਛੱਡਤਾ ਕਿ ਵੀ ਇਹ ਖਬਰ ਬਿਲਕੁਲ ਹੀ ਫੇਕ ਨਿਊਜ਼ ਹੈਗੀ ਹੈ। ਹਾਲਾਂਕਿ ਬੜੀ ਵੱਡੀ ਅਖਬਾਰ ਦੀ ਇਹ ਖਬਰ ਸੀਗੀ। ਉਸ ਨਿਊਜ਼ ਨੂੰ ਉਹਨਾਂ ਨੇ ਫੇਕ ਨਿਊਜ਼ ਦੱਸਦੇ ਹੋਏ ਕਿਹਾ ਕਿ ਮੈਨੂੰ ਦਿੱਲੀ ਤਲਬ ਨਹੀਂ ਕੀਤਾ ਸੀਗਾ। ਪਰ ਕੱਲ ਤੋਂ ਦਿੱਲੀ ਦੇ ਵਿੱਚ ਹਾਜ਼ਰੀਆਂ ਲੱਗਣੀ ਸ਼ੁਰੂ ਹੋ ਗਈ ਸੀ, ਜਦ ਔਜਲਾ ਸਾਹਿਬ ਜਿਹੜੇ ਅੰਮ੍ਰਿਤਸਰ ਦੇ MP ਹੈਗੇ ਆ, ਉਹ ਰਾਜਕੁਮਾਰ ਵੇਰਕਾ, ਉਹ ਵੀ ਤੁਹਾਡੇ ਮਾਝੇ ਦੇ ਹੈਗੇ ਨੇ, ਉਹ ਸਭ ਤੋਂ ਪਹਿਲੇ ਰਾਹੁਲ ਗਾਂਧੀ ਦੇ ਕੋਲ ਆਪਣੀ ਹਾਜ਼ਰੀ ਭਰ ਕੇ ਆਏ। ਅੱਜ ਵੀ ਹਾਜ਼ਰੀਆਂ ਦਾ ਦੌਰ ਜਾਰੀ ਰਿਹਾ, ਜਦ 3 ਮੈਂਬਰੀ ਪੈਨਲ ਦੇ ਸਾਹਮਣੇ ਕੈਪਟਨ ਅਮਰਿੰਦਰ ਸਿੰਘ 3 ਘੰਟੇ ਤੱਕ ਲਗਾਤਾਰ ਉੱਥੇ ਉਹਨਾਂ ਦੇ ਸਾਹਮਣੇ ਬੈਠੇ ਰਹੇ। ਉੱਥੇ ਗੱਲਾਂ ਕੀ ਚਲੀਆਂ, ਪਰ ਜਿਹੜੀ ਗੱਲਾਂ ਬਾਹਰ ਨਿਕਲ ਕੇ ਆਈਆਂ ਜਾਂ ਖੜਗੇ ਉਹਨਾਂ ਦੇ ਅੰਦਰ ਜਾਣ ਤੋਂ ਪਹਿਲੇ ਆਈਆਂ, ਉਹ ਐਸੀ ਕਿ ਵੀ ਹਾਈ ਕਮਾਨ ਨੇ ਇਹ ਡਿਸੀਜ਼ਨ ਲਿੱਤਾ ਹੈ
ਕਿ ਅਗਲੇ 2022 ਦੇ ਪੰਜਾਬ ਵਿੱਚ ਅਸੈਂਬਲੀ ਇਲੈਕਸ਼ਨ ਉਹ ਸੋਨੀਆ ਤੇ ਰਾਹੁਲ ਦੇ ਲੀਡਰਸ਼ਿਪ ਦੇ ਅੰਦਰ ਲੜੇ ਜਾਣਗੇ। ਹੁਣ ਵੈਸੇ ਤੇ ਦੇਖੋ ਨੈਸ਼ਨਲ ਪ੍ਰੈਜ਼ੀਡੈਂਟ ਔਰ ਨੈਸ਼ਨਲ ਲੀਡਰ ਹੈਗੇ ਨੇ, ਅੱਗੇ ਵੀ ਇਹ ਹੁੰਦਾ ਕਿ ਉਹਨਾਂ ਦੀ ਲੀਡਰਸ਼ਿਪ ਦੇ ਵਿੱਚ ਚੁਣਾਵ ਲੜੇ ਜਾਂਦੇ ਨੇ, ਪਰ ਸੀਐਮ ਦਾ ਚਿਹਰਾ ਐਤਕੀ 2022 ਦੀ ਇਲੈਕਸ਼ਨ ਦੇ ਵਿੱਚ ਕੋਈ ਵੀ ਨਹੀਂ ਹੋਏਗਾ। ਇਸ ਗੱਲ ਨੂੰ ਉਹ ਕਨਵੇ ਕਰਨਾ ਚਾਹੁੰਦੇ ਸੀਗੇ ਔਰ ਉਹ ਕਨਵੇ ਸਹੀ ਤਰੀਕੇ ਨਾਲ ਹੋ ਵੀ ਗਈ। ਇਹਦੇ ਨਾਲ ਕੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਹ ਮੰਨ ਕੇ ਚੱਲ ਰਹੇ ਸੀਗੇ ਕਿ ਜੇ ਉਹ ਕਰੰਟ ਸੀਐਮ ਹੈਗੇ ਨੇ ਔਰ ਉਹ 2022 ਦੀ ਚੋਣਾਂ ਜਾਂ ਆਪਣੀ ਜਿਹੜੀ ਕੰਟੀਨਿਊ ਕਰਨ ਦੀ ਤਿਆਰੀ ਕਰਕੇ ਬੈਠੇ ਨੇ ਤੇ ਉਹਨਾਂ ਨੂੰ ਹੀ ਸੀਐਮ ਦਾ ਚਿਹਰਾ ਬਣਾਇਆ ਜਾਏਗਾ। 2017 ਦੇ ਵਿੱਚ ਵੀ ਸੇਮ ਪੋਜੀਸ਼ਨ ਸੀਗੀ, ਪਰ ਉਹ ਕਿਸੇ ਵੀ ਤਰੀਕੇ ਨਾਲ ਆਪਣੇ ਆਪ ਨੂੰ ਸੀਐਮ ਪ੍ਰੋਜੈਕਟ ਕਰਵਾਉਣ ਦੇ ਵਿੱਚ ਕਾਮਯਾਬ ਜ਼ਰੂਰ ਹੋਈ ਸੀ। ਪਰ ਐਤਕੀ ਲੱਗਦਾ ਹੈ ਸਿਚੁਏਸ਼ਨ ਡਿਫਰੈਂਟ ਹੈਗੀ ਹੈ ਅਮਰਿੰਦਰ ਸਿੰਘ ਵਾਸਤੇ। ਸਿੱਧੂ ਉਹਨਾਂ ਨੇ ਜੋ ਐਲੀਗੇਸ਼ਨ ਲਾਏ ਨੇ, ਉਹਨਾਂ ਐਲੀਗੇਸ਼ਨਾਂ ਦਾ ਜਵਾਬ ਦੇਣਾ ਪਏਗਾ ਹੁਣ ਲੋਕਾਂ ਨੂੰ, ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ। ਅੱਛਾ, ਇੱਕ ਚੀਜ਼ ਉੱਥੇ ਇਹ ਵੀ ਖਬਰ ਜਿਹੜੀ ਨਸ਼ਰ ਹੁੰਦੀ ਰਹੀ ਲਗਾਤਾਰ ਕਿ ਉਹਨਾਂ ਨੂੰ ਕਿਹਾ ਗਿਆ ਕਿ ਜਿਹੜੇ ਵਾਅਦੇ 17 ਤੋਂ ਪਹਿਲਾਂ ਕੀਤੇ ਸੀ ਇਲੈਕਸ਼ਨ 'ਚ ਜਾਣ ਵੇਲੇ, ਉਹ ਸਾਰੇ ਦੇ ਸਾਰੇ ਪੂਰੇ ਕਰੋ, ਫਿਰ ਅਗਲੇ ਗੱਲ ਕਰਾਂਗੇ। ਔਰ ਇਹ ਇੱਕ ਤਰ੍ਹਾਂ ਨਾਲ ਆਦੇਸ਼ ਨਿਰਦੇਸ਼ ਜਾਰੀ ਕੀਤੇ ਗਏ। ਦੇਖੋ ਰੰਧਾਵਾ ਜੀ, ਇਹਦੇ ਵਿੱਚ ਨਾ ਬੜਾ ਕੈਚ ਹੈ। ਜੇ ਉਹ 2017 ਦੇ ਮੈਨੀਫੈਸਟੋ ਦੇ ਵਿੱਚ ਕੀਤੇ ਹੋਏ ਵਾਅਦਿਆਂ ਦਾ ਜ਼ਿਕਰ ਕਰ ਰਹੇ ਨੇ ਤੇ ਉਹ ਤੇ ਕੈਪਟਨ ਸਾਹਿਬ ਮੇਰੇ ਖਿਆਲ ਨਾਲ 15 ਵਾਰ ਕਲੇਮ ਕਰ ਚੁੱਕੇ ਨੇ ਵੀ 500 ਵਾਅਦੇ ਕੀਤੇ ਸੀਗੇ, 485 ਪੂਰੇ ਕਰਤੇ, ਬਾਕੀ ਦੇ 15 ਵੀ ਅਸੀਂ ਪੂਰੇ ਕਰ ਦਾਂਗੇ। ਪਰ ਉਹ ਵਾਅਦੇ ਕਾਗਜ਼ਾਂ 'ਚ ਪੂਰੇ ਨਹੀਂ ਕਰਨੇ। ਵਾਅਦੇ ਉਹ ਨੇ ਜਿਨ੍ਹਾਂ ਮੁੱਦਿਆਂ ਦੇ ਉੱਤੇ ਕੱਲ ਸਿੱਧੂ ਨੇ ਆਪਣੀ ਇੰਟਰਵਿਊ ਦੇ ਵਿੱਚ ਗੱਲ ਕੀਤੀ ਹੈ। ਉਹਨਾਂ ਨੇ ਤਕਰੀਬਨ 10 ਕੁ ਮੁੱਦੇ ਉਠਾਏ। ਉਹਨਾਂ 10 ਮੁੱਦਿਆਂ ਦੇ ਉੱਤੇ ਕਾਰਵਾਈ ਕਰਨ ਦੀ ਗੱਲ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਕੀਤੀ ਹੈ, ਕਿਉਂਕਿ ਸਿੱਧੂ ਉਹਨਾਂ ਨੇ ਵੀ ਆਪਣੀ ਇੰਟਰਵਿਊ ਦੇ ਵਿੱਚ ਇੱਕੋ ਗੱਲ ਕਹੀ ਕਿ ਇਹਨਾਂ ਮੁੱਦਿਆਂ ਦੇ ਉੱਤੇ ਅਗਰ ਕੈਪਟਨ ਅਮਰਿੰਦਰ ਸਿੰਘ ਕਾਰਵਾਈ ਕਰਦੇ ਨੇ ਤੇ ਮੈਨੂੰ ਭਾਵੇਂ ਜ਼ਿਲ੍ਹਾ ਪਰਿਸ਼ਦ ਦਾ ਮੈਂਬਰ ਬਣਾ ਦੇਣ, ਮੈਂ ਪਾਰਟੀ ਦੇ ਵਿੱਚ ਔਰ ਸੀਐਮ ਦੇ ਨਾਲ ਚੱਲਣ ਨੂੰ ਤਿਆਰ ਹਾਂ। ਉਸ ਗੱਲ ਨੂੰ ਫੜਦੇ ਹੋਏ ਕੈਪਟਨ ਸਾਹਿਬ ਨੂੰ ਇੰਸਟਰਕਸ਼ਨ ਹਾਈਕਮਾਨ ਨੇ ਇਹੀ ਦਿੱਤੀ ਹੈ ਕਿ ਵੀ ਹੁਣ ਉਹਨਾਂ ਵਾਅਦਿਆਂ ਨੂੰ, ਉਸ ਏਜੰਡੇ ਨੂੰ, ਜਿਹੜਾ ਸਿੱਧੂ ਕਹਿੰਦਾ ਕਿ ਮੇਰਾ ਏਜੰਡਾ ਸੀਗਾ, ਉਸ ਏਜੰਡੇ ਨੂੰ ਪੂਰਾ ਕਰੋ ਔਰ ਉਸ ਤੋਂ ਪੂਰਾ ਕਰਨ ਤੋਂ ਬਾਅਦ ਸੀਐਮ ਦਾ ਚਿਹਰਾ ਤੁਸੀਂ ਹੋਵੋਗੇ ਜਾਂ ਨਹੀਂ ਹੋਵੋਗੇ ਇਹਦਾ ਫੈਸਲਾ ਤੇ ਬਾਅਦ ਚੋਂ ਕਰਾਂਗਾ। ਪਰ ਫਿਲਹਾਲ ਇਹ ਫੈਸਲਾ ਲਿੱਤਾ ਗਿਆ ਹੈ ਕਿ 2022 ਦੀ ਚੋਣਾਂ ਦੇ ਵਿੱਚ ਕੋਈ ਵੀ ਸੀਐਮ ਦਾ ਚਿਹਰਾ ਪੰਜਾਬ ਦਾ ਨਹੀਂ ਹੋਏਗਾ, ਪਰ ਅੰਤਿਮ ਫੈਸਲਾ ਹਜੇ ਬਾਅਦ ਚੋਂ ਆਉਣਾ ਹੈ। ਸਵਾਲ ਤਾਂ ਇਹ ਆ ਕਿ ਭਾਸਕਰ ਸਾਹਿਬ, ਜਦੋਂ ਪੰਜਾਬ ਦੇ ਵਿੱਚ ਸਾਰੀਆਂ ਪਾਰਟੀਆਂ ਨੂੰ ਕਿਹਾ ਜਾ ਰਿਹਾ ਕਿ ਆਪਣਾ ਚਿਹਰਾ ਦੱਸੋ, ਜਿਵੇਂ ਹੁਣ ਬਾਦਲ ਕਿਹਾ ਚ ਤੇ ਐਰਕਾ ਸੁਖਬੀਰ ਸਿਉ ਹੈ, ਲੇਕਿਨ ਇੱਥੇ ਕੇਜਰੀਵਾਲ ਆਏ ਤੇ ਮੀਡੀਆ ਦਾ ਇੱਕੋ ਹੀ ਸਵਾਲ ਸੀ, ਤੁਹਾਡਾ ਸੀਐਮ ਫੇਸ ਕੀ ਹੋਊਗਾ? ਉਹ ਕਹਿੰਦੇ ਜੀ ਸਿੱਖ ਹੋਊਗਾ, ਦੇਾਂਗੇ, ਤੁਸੀਂ ਸਾਰੇ ਫਖਰ ਕਰੋਗੇ ਉੱਤੇ। ਹੁਣ ਜਦੋਂ ਰਾਜਨੀਤੀ ਚਿਹਰਿਆਂ ਤੇ ਹੋ ਰਹੀ ਆ, ਉਸ ਮੌਕੇ ਤੇ ਕਾਂਗਰਸ ਦਾ ਜਿਹੜਾ ਉਹ ਯੂ ਟਰਨ ਲੈਣਾ ਕਿ ਆਪਾਂ ਚਿਹਰੇ ਤੇ ਨਹੀਂ ਜਾਵਾਂਗੇ। ਅਕਸਰ ਬਹੁਤ ਸਾਰੇ ਸੂਬਿਆਂ 'ਚ ਇਹ ਕਾਂਗਰਸ ਦਾ ਦਾ ਕਾਮਯਾਬ ਕਦੇ ਨਹੀਂ ਹੋਇਆ ਕਿ ਬਿਨਾਂ ਚਿਹਰੇ ਤੋਂ ਜਾ ਕੇ ਐਮਐਲਏ ਚੁਣ ਲੈਣ ਜਾਂ ਹਾਈ ਕਮਾਂਡ ਦਾ ਥੋਪ ਦਿੱਤਾ ਜਾਵੇ ਚਿਹਰਾ। ਪਿਛਲੀ ਵਾਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਤੇ ਇਲੈਕਸ਼ਨ ਲੜੀ ਗਈ ਤੇ ਸਾਰੀ ਕੰਪੇਨ ਪ੍ਰਸ਼ਾਂਤ ਕਿਸ਼ੋਰ ਨੇ, ਭਾਵੇਂ ਉਹ ਕਾਫੀ ਵਾਲਾ ਮਸਲਾ ਹੋਵੇ, ਕਾਫੀ ਵਿਦ ਕੈਪਟਨ ਜਾਂ ਬਾਕੀ ਸਾਰੇ, ਉਹ ਸਾਰੇ ਦੇ ਸਾਰੇ ਕੈਪਟਨ ਦੇ ਚਿਹਰੇ ਤੇ ਸੀ। ਜੇ ਇਸ ਵਾਰੀ ਚਿਹਰਾ ਨਹੀਂ ਤੇ ਮੁੱਦੇ ਹੋਣੇ ਚਾਹੀਦੇ ਸੀ ਕਿ ਸਾਡੀ ਸਰਕਾਰ 5 ਸਾਲਾਂ 'ਚ ਦੂਜਿਆਂ ਨਾਲੋਂ ਮੁਕਾਬਲਤਨ ਇੰਨੀ ਬਿਹਤਰ ਰਹੀ। ਹੁਣ ਲੋਕ ਤਾਂ ਇਹ ਵੀ ਸਵਾਲ ਪੁੱਛਦੇ ਆ, ਜੀ ਗੱਲ ਰਲਗੱਡ ਹੋ ਜਾਣੀ ਪਰ ਮੈਂ ਕਰੂੰਗਾ, ਸਵਾਲ ਤਾਂ ਇਹ ਵੀ ਪੁੱਛਦੇ ਆ ਕਿ ਨਸ਼ੇ ਦਾ ਮਾਮਲਾ ਸੀ, ਨਸ਼ੇ ਦਾ ਮਾਮਲਾ ਹੱਲ ਹੀ ਨਹੀਂ ਹੋਇਆ। ਉਹ ਜਿਹੜੀਆਂ ਰਿਪੋਰਟਾਂ ਹਾਈ ਕੋਰਟ 'ਚ ਪਈਆਂ ਉਹਨਾਂ ਦਾ ਕਦੇ ਸਿਰਾ ਹੀ ਨਹੀਂ ਲੱਗਿਆ। ਜਿਹੜੇ ਪੁਲਿਸ ਅਫਸਰ, ਜਿਹੜੇ ਪੋਲੀਟੀਸ਼ੀਅਨ ਔਰ ਜਿਨ੍ਹਾਂ ਦੇ ਉੱਤੇ ਦੋਸ਼ ਲੱਗਦੇ ਰਹੇ, ਸਮਗਲਰ ਸੀਗੇ ਜਿਨ੍ਹਾਂ ਨੇ ਨਾਮ ਹੀ ਲਏ ਲੋਕਾਂ ਦੇ, ਉਹ ਸਾਰੇ ਦੇ ਸਾਰੇ ਉਦਾਂ ਹੀ ਬੰਦ ਪਏ ਨੇ, ਭਾਵੇਂ ਲਿਫਾਫਿਆਂ 'ਚ ਨੇ, ਭਾਵੇਂ ਸਰਕਾਰਾਂ ਦੀਆਂ ਅਲਮਾਰੀਆਂ 'ਚ, ਫਾਈਲਾਂ 'ਚ ਧੂੜ ਫੱਕਦੇ। ਤੇ ਇਸ ਤੋਂ ਅਗਲੇ ਬੰਨੇ ਹੁਣ ਉਧਰ ਜਦੋਂ ਤਲਬ ਹੋਏ ਸੀ, ਜਦੋਂ ਅਮਰਿੰਦਰ ਸਿੰਘ, ਤੇ ਇਧਰਲੇ ਬੰਨੇ ਬਾਦਲ, ਅਮਰਿੰਦਰ ਵੱਲੋਂ ਬਣਾਈ ਸਿੱਟ, ਜਿਹੜੇ ਆਦੇਸ਼ ਹਾਈ ਕੋਰਟ ਦੇ ਸੀ ਉਹਦੇ ਆਧਾਰ ਤੇ ਉਹਨਾਂ ਨੂੰ ਉਹਨੇ ਇੱਥੇ ਤਲਬ ਕੀਤਾ। ਮਤਲਬ ਜਿਹੜੇ ਵਾਅਦੇ ਸੀ ਬਰਗਾੜੀ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ, ਇਨਸਾਫ ਦੇ, ਉੱਤੇ ਤਾਂ ਕੈਪਟਨ ਅਮਰਿੰਦਰ ਸਿੰਘ ਕੰਮ ਕਰਦੇ ਨਜ਼ਰ ਆਉਂਦੇ, ਦਿਸਦੇ ਆ, ਉਹ ਕਹਿਣਗੇ। ਸਵਾਲ ਪਹਿਲਾ ਹੈ ਕਿ ਚਿਹਰੇ, ਜਦੋਂ ਚਿਹਰਿਆਂ ਦੀ ਰਾਜਨੀਤੀ, ਚਿਹਰੇ ਤੋਂ ਬਿਨਾਂ ਉਤਰਨਾ ਕਿੰਨਾ ਜਾਇਜ਼ ਆ? ਇਹਦਾ ਮਤਲਬ ਸਿੱਧੂ ਨੂੰ ਡਿਸਕਾਰਡ ਕਰਤਾ, ਕੈਪਟਨ ਅਮਰਿੰਦਰ ਦੇ ਨਾਲ ਨਾਲ ਸਿੱਧੂ ਨੂੰ ਵੀ ਡਿਸਕਾਰਡ ਕਰਤਾ ਗਿਆ ਕਿ ਕੋਈ ਵੀ ਨਹੀਂ ਹੋਊਗਾ, ਖੁੱਲੀ ਮੈਦਾਨ 'ਚ ਖੁੱਲੀ ਲੜਾਈ ਲੜਾਂਗੇ। ਰੰਧਾਵਾ ਜੀ, ਗੱਲ ਹੁੰਦੀ ਹੈ ਰਾਜਨੀਤੀ ਦੇ ਵਿੱਚ ਮੌਕਾ ਸੰਭਾਲਣ ਦੀ। ਜੀ ਹੁਣ ਕਾਂਗਰਸ ਵਾਸਤੇ ਇਸ ਤਰ੍ਹਾਂ ਦਾ ਮੌਕਾ ਹੈਗਾ, ਜੇ ਸਿੱਧੂ ਫੜਦੇ ਆ ਤੇ ਕੈਪਟਨ ਸਾਹਿਬ ਨਾਰਾਜ਼ ਹੁੰਦੇ ਨੇ, ਜੇ ਕੈਪਟਨ ਸਾਹਿਬ ਨੂੰ ਸੀਐਮ ਕੰਟੀਨਿਊ ਰੱਖ ਕੇ ਸੀਐਮ ਦਾ ਪ੍ਰੋਜੈਕਟ ਕਰਕੇ ਅਗਲੇ 2022 ਦੇ ਵਿੱਚ, ਤੇ ਫਿਰ ਸਿੱਧੂ ਨਾਰਾਜ਼ ਹੋ ਜਾਂਦਾ ਹੈ। ਸਿੱਧੂ ਜਾਂ ਕੈਪਟਨ ਦੋਨਾਂ ਨੂੰ ਉਹ ਲੂਜ਼ ਨਹੀਂ ਕਰਨਾ ਚਾਹੁੰਦੇ।
ਤੇ ਫਿਲਹਾਲ ਮੌਕਾ ਸੰਭਾਲਣ ਵਾਲੀ ਗੱਲ ਹੈ। ਤੁਸੀਂ ਹਾਈ ਕਮਾਨ ਦੀ ਇਸ ਗੱਲ ਨੂੰ ਐਜ਼ ਇਟ ਇਜ਼ ਨਾ ਲਓ ਕਿ 2022 ਦੇ ਵਿੱਚ ਵਾਕਈ ਕਾਂਗਰਸ ਦਾ ਕੋਈ ਚਿਹਰਾ ਨਹੀਂ ਹੋਏਗਾ। 2022 ਤੋਂ ਪਹਿਲੇ ਜਿਹੜੀ ਸ਼ਰਤਾਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਸਾਹਮਣੇ ਉਹਨਾਂ ਨੇ ਰੱਖੀਆਂ ਕਿ ਵੀ ਉਹ ਏਜੰਡੇ ਜਿਹੜੇ ਸਿੱਧੂ ਨੇ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਗਿਣਾਏ ਨੇ ਉਹਨਾਂ ਨੂੰ ਪੂਰਾ ਕਰੋ। ਔਰ ਤੁਹਾਨੂੰ ਵੀ ਪਤਾ ਹੈ, ਸਾਨੂੰ ਵੀ ਪਤਾ ਹੈ ਕਿ ਉਹਨਾਂ ਏਜੰਡਿਆਂ ਨੂੰ ਜਿਹੜੀ 4.5 ਸਾਲ ਤੱਕ ਫਰੈਂਡਲੀ ਮੈਚ ਖੇਡਿਆ, ਉਹ ਆਖਰੀ ਦੇ 6 ਮਹੀਨਿਆਂ ਦੇ ਵਿੱਚ 8 ਮਹੀਨਿਆਂ ਦੇ ਵਿੱਚ ਉਹ ਹਾਰ ਜਾਣਾ ਔਰ ਇੰਨੀ ਮਿਹਨਤ ਕਰਕੇ ਜਿਹੜਾ ਪੂਰਾ ਅੱਟੀ ਸੱਟੀ ਕੀਤੀ, ਉਹ ਹੁਣ ਐਵੇਂ ਤੁਸੀਂ ਮੈਨੂੰ ਲੱਗਦਾ ਨਹੀਂ ਕਿ ਵੀ ਗਵਾਨ ਲੱਗਣਗੇ ਕੈਪਟਨ ਸਾਹਿਬ, ਕਿਉਂਕਿ ਉਹ ਕੋਈ ਨਵੀਂ ਖੇਡ ਸਿੱਧੂ ਉਹਨਾਂ ਵੀ ਹੁਣ ਖੇਡਣਗੇ ਨਵੀਂ ਖੇਡ ਔਰ ਕੈਪਟਨ ਉਹਨਾਂ ਵੀ ਖੇਡਣਗੇ ਕਿ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਵਜੋਂ ਨਵਾਜ਼ਿਆ ਜਾਏ। ਔਰ 2-4 ਮਹੀਨੇ ਦੇ ਵਿੱਚ ਤਸਵੀਰ ਸਾਫ਼ ਹੋ ਜਾਏਗੀ ਜੇ ਕੈਪਟਨ ਸਾਹਿਬ ਨੇ ਉਹਨਾਂ ਮੁੱਦਿਆਂ ਦੇ ਉੱਤੇ ਕੋਈ ਡੱਕਾ ਵੀ ਨਹੀਂ ਤੋੜਿਆ ਤੇ ਆਪਣੇ ਆਪ ਹਾਈਕਮਾਨ। ਇੱਕ ਸਵਾਲ ਭਾਸਕਰ ਸਾਹਿਬ, ਮੈਨੂੰ ਸਿੱਧੂ ਸਾਹਿਬ ਦੀਆਂ ਇੰਟਰਵਿਊਜ਼ ਦੇ ਵਿੱਚੋਂ ਇੱਕ ਸਵਾਲ ਸਾਹਮਣੇ ਆਉਂਦਾ ਦਿਸਦਾ ਹੈ ਜਿਹਦਾ ਜ਼ਿਕਰ ਕਰਨਾ ਬਣਦਾ ਹੈ। ਜਦੋਂ ਸਿੱਧੂ ਨੂੰ ਇਹ ਸਵਾਲ ਪੁੱਛਿਆ ਜਾਂਦਾ ਹੈ ਕਿ ਕੀ ਤੁਸੀਂ ਆਪਣੇ ਮੁੱਖ ਮੰਤਰੀ ਨੂੰ, ਚਲੋ ਹੁਣ ਤਾਂ 2 ਸਾਲ ਪਹਿਲਾਂ ਨਹੀਂ ਸੀ ਕਦੇ ਕਹਿੰਦੇ ਜਾ ਕੇ ਵੀ ਆਹ ਮਸਲੇ ਹੱਲ ਹੋਣੇ ਚਾਹੀਦੇ, ਠੀਕ ਹੈ ਉਹਨਾਂ ਵਿਧਾਨ ਸਭਾ 'ਚ ਬੇਅਦਬੀ ਮਾਮਲਿਆਂ ਦੇ ਮਾਮਲੇ 'ਚ ਨਸ਼ਿਆਂ 'ਚ ਝੋਲੀ ਅੱਡੀ ਸੀ, ਲੇਕਿਨ ਅਦਰਵਾਈਜ਼ ਵੀ ਉਹ ਸੀਐਮ ਨੂੰ ਮਿਲਦੇ ਰਹੇ, ਵੀ ਤੁਸੀਂ ਕਦੇ ਇਹ ਗੱਲ ਨਹੀਂ ਕਹੀ ਉਹਨਾਂ ਨੂੰ ਕਿ ਇਹ ਮਸਲੇ ਆ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰੋ। ਲੇਕਿਨ ਇਹਦੇ ਜਵਾਬ 'ਚ ਜਿਹੜਾ ਸਿੱਧੂ ਕਹਿ ਰਹੇ ਸੀ ਨਾ, ਸਿੱਧੂ ਅਕਸਰ 75-25 ਦਾ ਦੋਸ਼ ਲਾਉਂਦੇ ਆ ਕਿ ਰਲੇ ਹੋਏ ਆ। 75 ਉਹ ਕਹਿੰਦੇ ਆ ਕਿ ਜਿਹਦੀ ਸੱਤਾ ਹੁੰਦੀ ਆ ਉਹਦਾ ਹਿੱਸਾ ਹੁੰਦਾ ਲੁੱਟਮਾਰ 'ਚ, ਤੇ 25 ਉਹਦਾ ਹੁੰਦਾ ਜਿਹੜੇ ਸੱਤਾ ਤੋਂ ਬਾਹਰ ਹੁੰਦੇ ਆ, ਤੇ ਇਹ 25-30 ਸਾਲਾਂ ਦੀ ਗੇਮ ਚੱਲੀ ਜਾਂਦੀ ਸਹਿਮਤੀ ਨਾਲ ਰਲ ਕੇ। ਹੁਣ ਸਵਾਲ ਇਹ ਸੀ ਕਿ ਸਿੱਧੂ ਨੂੰ ਇਹ ਜਦੋਂ ਪੁੱਛਿਆ ਜਾਂਦਾ ਕਿ ਇਹ ਰਲੇ ਹੋਏ ਹੋਣ ਦਾ ਤੁਸੀਂ ਕਹਿੰਦੇ ਹੋ, ਲੇਕਿਨ ਤੁਸੀਂ ਕਦੇ ਮੁੱਖ ਮੰਤਰੀ ਨੂੰ ਕਿਹਾ? ਉਹ ਕਹਿੰਦੇ ਜਦੋਂ ਮੈਂ ਕਹਿੰਦੇ ਸੀ ਆਖਰੀ 6 ਮਹੀਨਿਆਂ 'ਚ ਕਰਾਂਗੇ। ਮਤਲਬ ਇੱਕ ਤਰ੍ਹਾਂ ਨਾਲ ਸਿੱਧੂ ਵੀ ਇਹ ਸਮਝਦੇ ਸੀ ਕਿ ਅਗਲੀ ਇਲੈਕਸ਼ਨ ਜਿੱਤਣ ਤੋਂ ਪਹਿਲਾਂ ਇਹ ਮੁੱਦੇ ਰੱਖੇ ਗਏ ਸੀਗੇ, ਇਹ ਫਿਰ ਰਲੇ ਹੋਣ ਦਾ ਇੱਕ ਪਾਸੇ ਦੋਸ਼ ਲੱਗਣਾ, ਦੂਜੇ ਬੰਨੇ ਇਹਨਾਂ ਮੁੱਦਿਆਂ ਨੂੰ ਪਿਛਲੇ 6 ਮਹੀਨਿਆਂ 'ਚ ਐਡਰੈਸ ਕਰਨ ਦੀ ਕਹਿਣਾ, ਉਹ ਵੱਖਰੀ ਗੱਲ ਆ। ਹਾਈ ਕੋਰਟ ਦੇ ਇੱਕ ਆਦੇਸ਼ ਨੇ, ਹਾਈ ਕੋਰਟ ਦੀ ਇੱਕ ਜੱਜਮੈਂਟ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਾਰੀ ਗੇਮ ਵਿਗਾੜ ਕੇ ਰੱਖਦੀ। ਲੇਕਿਨ ਅਦਰਵਾਈਜ਼ ਜੇ ਸੱਚਿਓਂ ਇਹ ਇਲੈਕਸ਼ਨ ਨਜ਼ਰੀਏ ਤੋਂ ਪਿਛਲੇ 6 ਮਹੀਨਿਆਂ 'ਚ ਹੀ ਸਭ ਕੁਝ ਕਰਨਾ ਸੀ, ਇਹਦਾ ਮਤਲਬ ਹੈ ਕਿ ਫਿਰ ਰਲੇ ਹੋਣ ਵਾਲੀ ਜਿਹੜੀ ਗੱਲ ਆ ਉਹਨੂੰ ਸੱਚ ਮੰਨੀਏ ਕਿ 6 ਮਹੀਨੇ ਰਹਿੰਦਿਆਂ ਦੇ ਵਿੱਚ ਆਪਣੇ ਸਾਰੇ ਮਸਲੇ ਹੱਲ ਕਰਕੇ ਲੋਕਾਂ ਦੇ ਵਿੱਚ ਸਾਫ਼ ਚਿਹਰੇ ਨਾਲ ਜਾਣ ਦੀ ਜਿਹੜੀ ਨੀਤੀ ਸੀ ਉਹ ਸੀ, ਜਿਹੜੀ ਕਿ ਉਹ ਜਿਹਨੂੰ ਕਹਿੰਦੇ ਨਾ ਟਾਈਮ ਬੰਬ ਸੀ, ਪਿਛਲੇ 6 ਮਹੀਨੇ ਰੱਖਿਆ ਸੀ, ਹੱਥ 'ਚ ਹੀ ਫਟ ਗਿਆ। ਸੋ ਇਹ ਇੱਕ ਬੜੀ ਦਿਲਚਸਪ ਟਿੱਪਣੀ ਹੋਊਗੀ ਤੁਹਾਡੀ। ਬਿਲਕੁਲ ਰੰਧਾਵਾ ਜੀ, ਤੁਸੀਂ ਇਹ ਦੇਖੋ ਕਿ ਕੈਪਟਨ ਸਾਹਿਬ ਦੇ ਉੱਤੇ ਸਿੱਧੂ ਉਹਨਾਂ ਦਾ ਮੇਨ ਇਲਜ਼ਾਮ ਹੈ ਕਿ ਮੈਂ ਪਹਿਲੀ ਕੈਬਨਿਟ ਦੇ ਵਿੱਚ ਲਿਕਰ ਮਾਫੀਆ ਨੂੰ ਕੰਟਰੋਲ ਕਰਨ ਵਾਸਤੇ ਐਕਸਾਈਜ਼ ਪਾਲਿਸੀ ਬਣਾਉਣ ਦੀ ਗੱਲ ਕੀਤੀ ਸੀਗੀ। ਫਿਰ ਉਸ ਤੋਂ ਬਾਅਦ ਉਹ ਮਾਈਨਿੰਗ ਮਾਫੀਆ ਨੂੰ ਕੰਟਰੋਲ ਕਰਨ ਵਾਸਤੇ ਕਾਰਪੋਰੇਸ਼ਨ ਬਣਾਉਣ ਦੀ ਗੱਲ ਕਰਦੇ ਨੇ, ਜਾਂ ਹੋਰ ਜਿਹੜੇ ਵੀ ਮੁੱਦੇ, ਭਾਵੇਂ ਉਹ ਪੇ ਕਮਿਸ਼ਨ ਦੀ ਰਿਪੋਰਟ ਹੀ ਹੋਏ, ਉਹ ਕਹਿੰਦੇ ਆ ਵੀ ਕੈਪਟਨ ਸਾਹਿਬ ਕਹਿੰਦੇ ਵੀ ਨਹੀਂ ਹੋ ਸਕਦਾ, ਔਰ ਕਿਸੇ ਮੁੱਦੇ ਤੇ ਉਹ ਰਾਜ਼ੀ ਵੀ ਹੁੰਦੇ ਨੇ ਤੇ ਕਹਿੰਦੇ ਆਖਰੀ 6 ਮਹੀਨੇ ਦੇ ਵਿੱਚ ਕਰਾਂਗੇ। ਸੇਮ ਤਰੀਕੇ ਦੇ ਆਰੋਪ ਪੱਤਰਕਾਰ ਸਿੱਧੂ ਉਹਨਾਂ ਦੇ ਉੱਤੇ ਵੀ ਲਾਉਂਦੇ ਨੇ ਕਿ ਸਿੱਧੂ ਉਹਨਾਂ ਦਾ ਰਫੜ ਕੈਪਟਨ ਸਾਹਿਬ ਨਾਲ ਪੈ ਗਿਆ ਸੀ 2019 ਦੀ ਲੋਕ ਸਭਾ ਚੋਣਾਂ ਦੇ ਵਿੱਚ ਜੀ। 2019 ਤੋਂ ਲੈ ਕੇ ਹੁਣ ਆਪਾਂ ਖੜੇ ਹਾਂ 2021 ਦੇ ਵਿੱਚ, ਔਰ ਤਕਰੀਬਨ 2 ਸਾਲ ਹੋ ਚੁੱਕੇ ਨੇ। ਇਹਨਾਂ 2 ਸਾਲਾਂ ਦੇ ਵਿੱਚ ਸਿੱਧੂ ਉਹਨਾਂ ਨੇ ਸਵਾਏ ਟਵੀਟ ਛੱਡ ਕੇ ਕਦੀ ਐਦਾਂ ਦਾ ਰੌਲਾ ਪਾਇਆ, ਕਦੀ ਐਦਾਂ ਦੇ 30-35 ਚੈਨਲਾਂ ਨੂੰ ਬੁਲਾ ਕੇ ਕੋਈ ਇੰਟਰਵਿਊ ਦਿੱਤਾ, ਤੇ ਉਹ ਵੀ ਤੇ ਆਖਰੀ 6 ਮਹੀਨਿਆਂ ਦੀ ਹੀ ਵੇਟ ਕਰ ਰਹੇ ਸੀਗੇ ਕਿ 6 ਮਹੀਨੇ ਪਹਿਲੇ ਕੈਪਟਨ ਨੂੰ ਐਦਾਂ ਘੇਰਾਂਗੇ ਕਿ ਉਸ ਤੋਂ ਨਿਕਲ ਨਾ ਪਾਏ। ਔਰ ਜਿਹੜੀ ਸਿੱਧੂ ਉਹਨਾਂ ਦੀ ਵੀ ਪਾਲਿਸੀ ਸੀਗੀ, ਜਿੱਥੇ ਤੱਕ ਪੋਲੀਟੀਕਲ ਪਾਰਟੀਆਂ ਦੀ ਗੱਲ ਹੈ, ਤੇ ਕੋਈ ਮਰਜ਼ੀ ਸੂਬਾ ਲੈ ਲਓ, ਕੋਈ ਮਰਜ਼ੀ ਸਰਕਾਰ ਲੈ ਲਓ, ਹਰ ਸਰਕਾਰ ਚੋਣਾਂ ਦੇ ਲਾਸਟ ਈਅਰ ਦੇ ਵਿੱਚ ਗੱਫੇ ਵੰਡਦੀ ਹੁੰਦੀ ਹੈ। ਇਹ ਕੋਈ ਨਵੀਂ ਗੱਲ ਨਹੀਂ ਹੈਗੀ, ਭਾਵੇਂ ਉਹ ਪੇ ਕਮਿਸ਼ਨ ਦੀ ਰਿਪੋਰਟ ਹੋਏ ਜਾਂ ਉਹ ਪੈਂਡਿੰਗ ਮਸਲੇ ਜਿਨ੍ਹਾਂ ਦੇ ਉੱਤੇ ਤੁਸੀਂ 5 ਸਾਲ ਪਹਿਲੇ ਇਲੈਕਸ਼ਨ ਲੜੇ ਹੁੰਦੇ ਨੇ, ਉਹ ਆਖਰੀ 6 ਮਹੀਨਿਆਂ ਦੇ ਵਿੱਚ ਹੀ ਸੜਕਾਂ ਵੀ ਬਣਦੀ ਹੈ, ਪੁਲ ਵੀ ਬਣਦੇ ਨੇ, ਔਰ ਸਾਰੇ ਕੰਮ ਹੁੰਦੇ ਨੇ। ਤੇ ਇਹ ਤੇ ਇੱਕ ਟ੍ਰੈਡੀਸ਼ਨਲ ਪੋਲਿਟਿਕਸ ਸੀਗੀ ਜਿਹੜਾ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸੀਗੇ। ਪਰ ਜਿਹੜੀ ਸਿੱਧੂ ਉਹਨਾਂ ਦੀ ਜੇ ਪੋਲਿਟਿਕਸ ਹੈਗੀ ਹੈ, ਜਿਹਦੇ ਬੇਸ ਤੇ ਉਹ 2 ਮਹੀਨੇ ਪਹਿਲੇ ਮਿੱਥ ਕੇ ਬੈਠੇ ਸੀਗੇ ਕਿ 6-8 ਮਹੀਨੇ ਪਹਿਲੇ ਜਿਹੜਾ ਮੈਂ ਰਫੜ ਪਾਊਂਗਾ ਉਹਦਾ ਕੈਪਟਨ ਕੋਲ ਕੋਈ ਜਵਾਬ ਨਹੀਂ ਹੋਣਾ। ਔਰ ਬਾਕੀ ਅੱਜ ਦੀ ਡੇਟ ਵਿੱਚ ਕੈਪਟਨ ਸਾਹਿਬ ਕੋਲ ਇਹਨਾਂ ਗੱਲਾਂ ਦਾ ਕੋਈ ਜਵਾਬ ਨਹੀਂ ਹੈ। ਕੈਪਟਨ ਸਾਹਿਬ ਅਗਰ ਮੀਡੀਆ ਦੇ ਸਾਹਮਣੇ ਇਸ ਗੱਲ ਦੀ ਸਫਾਈ ਦੇਣ ਵਾਸਤੇ ਵੀ ਆਉਂਦੇ ਨੇ ਤੇ ਉਹ ਉਹਦੇ ਵਿੱਚ ਘਿਰ ਕੇ ਜਾਣਗੇ। ਯਾਨੀ ਇਹ ਵੀ ਇੱਕ ਸਿਆਸੀ ਚਾਲ ਹੀ ਹੈਗੀ ਹੈ ਜੋ 6-8 ਮਹੀਨੇ ਪਹਿਲੇ 35 ਚੈਨਲਾਂ ਨੂੰ ਬੁਲਾ ਕੇ ਉਹ ਐਦਾਂ ਦਾ ਇੰਟਰਵਿਊ ਜਿਹਦੇ ਵਿੱਚ ਸਾਰੀ ਇੰਟਰਵਿਊ ਦੇ ਵਿੱਚ ਇੱਕੋ ਹੀ ਗੱਲ ਹੈਗੀ ਹੈ, ਔਰ ਉਹ ਪੁਆਇੰਟ ਜਿਹੜੇ ਹੁਣ ਛੇੜੇ ਨੇ ਉਹ ਚੰਗੀ ਤਰ੍ਹਾਂ ਜਾਣਦੇ ਨੇ ਕਿ ਆਖਰੀ ਓਵਰ ਦੇ ਵਿੱਚ 40 ਰਨ ਨਹੀਂ ਬਣ ਸਕਦੇ। ਆਖਰੀ ਓਵਰ ਦੇ ਵਿੱਚ ਅਟੈਕ ਕਰੀਏ ਕਿ ਕੈਪਟਨ ਸਾਹਿਬ 6 ਗੇਂਦਾਂ ਤੇ ਛੱਕੇ ਵੀ ਲਾ ਦੇਣ
ਤਾਂ ਵੀ ਉਹ 40 ਰਨ ਨਹੀਂ ਬਣਾ ਸਕਦੇ ਤੇ ਇਹ 36 ਰਨ ਹੀ ਰਹਿ ਜਾਣਗੇ। ਪਰ ਤੇ ਕਈ ਵਾਰੀ ਇਹ ਕਈ ਇੱਕ ਕਈ 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 ਵਾਰੀ ਸਰ, ਕਈ ਵਾਰੀ ਦੇਖੋ, ਉਹ ਪੰਜਾਬੀ ਦੇ ਵਿੱਚ ਕਹਾਵਤ ਆ ਨਾ, ਕਹਿੰਦੇ ਹੁੰਦੇ ਆ, ਦਿਨ ਮਾੜੇ ਹੋਣ ਖਾਲੀ ਵੀ ਚੱਲ ਜਾਂਦੀ, ਚੰਗੇ ਹੋਣ ਤਾਂ ਕਿਧਰੋਂ ਬਰਸਾਤ ਵੀ ਹੋ ਜਾਂਦੀ ਆ ਪੈਸਿਆਂ ਦੀ। ਤੇ ਤੀਜੀ ਗੱਲ ਇਹ ਵੀ ਆ, ਕਹਿੰਦੇ ਵੀ ਜੇਕਰ 6 ਗੇਂਦਾਂ ਦੇ ਵਿੱਚ 40 ਬਣਨੇ ਹੋਣ ਤਾਂ ਕਿਸੇ ਵੇਲੇ ਨੋ ਬਾਲ ਵੀ ਹੋ ਜਾਂਦੀ ਆ, 2 ਨੋ ਬਾਲ ਵੀ ਹੋ ਸਕਦੀਆਂ। ਹੋ ਸਕਦਾ ਹੈ ਪ੍ਰਗਟ ਸਿੰਘ ਵੀ ਮਿਲਾਏ ਨੇ ਰਾਹੁਲ ਗਾਂਧੀ ਨੂੰ, ਔਰ ਬਾਹਰ ਆ ਕੇ ਉਹਨਾਂ ਪ੍ਰੈਸ ਨੂੰ ਕਹਿ ਦਿੱਤਾ ਕਿ ਮੈਂ ਉਹੀ ਮੁੱਦੇ ਜਿਹੜੇ ਮੈਂ ਆਪਣੀਆਂ ਪ੍ਰੈਸ ਕਾਨਫਰੰਸਾਂ ਦੇ ਵਿੱਚ ਮੁੱਖ ਮੰਤਰੀ ਨੂੰ ਨਿੱਜੀ ਮਿਲ ਕੇ ਦੱਸਦਾ ਰਿਹਾ, ਲੜਾਈ ਮੁੱਦਿਆਂ ਦੀ ਆ, ਬਹੁਤੇ ਮੁੱਦਿਆਂ ਦਾ ਅੰਦਰ ਪਤਾ ਹੀ ਨਹੀਂ ਸੀ, ਮੈਂ ਉਹ ਸਾਰੀਆਂ ਗੱਲਾਂ ਕਰ ਆਇਆ। ਇਹਦਾ ਮਤਲਬ ਕੈਪਟਨ ਅਮਰਿੰਦਰ ਸਿੰਘ ਨੂੰ ਬਹੁਤ ਮੁਹਾਜਾਂ ਤੇ ਇੱਕੋ ਸਮੇਂ ਇਕੱਲਿਆਂ ਲੜਨਾ ਪੈ ਰਿਹਾ। ਉਹਨਾਂ ਦਾ ਹੁਣ ਕੋਈ ਬਹੁਤਾ ਸੰਗੀ ਸਾਥੀ ਐਸਾ ਦਿਸਦਾ ਨਹੀਂ ਜਿਹੜਾ ਉਹਨਾਂ ਨੂੰ ਇਹੋ ਜਿਹੇ ਸੰਕਟ ਚੋਂ ਬਚਾ ਸਕਦਾ, ਬਸ਼ਰਤੇ ਕਿ ਸੋਨੀਆ ਗਾਂਧੀ ਉਹਨਾਂ ਨੂੰ ਕਿੰਨਾ ਸਪੋਰਟ ਕਰਦੇ ਆ। ਇਸ ਤੋਂ ਅਗਲੇ ਪਾਸੇ ਜੇ ਮੈਂ ਤੁਰਦਾ ਤਾਂ ਦਿਲਚਸਪ ਹੋਊਗਾ ਇਹ ਜਾਣਨਾ ਕਿ ਕੈਪਟਨ ਅਮਰਿੰਦਰ ਸਿੰਘ ਘਿਰੇ ਤਾਂ ਹੈਗੇ ਆ, ਲੇਕਿਨ ਜਿਹੜਾ ਘੇਰਾ ਉਹਨਾਂ ਨੇ ਬਾਦਲ ਕਿਆਂ ਨੂੰ ਪਾਇਆ, ਉਹਦੇ SIT ਨੇ ਅੱਜ ਜਦੋਂ 3 ਘੰਟੇ, ਮੈਂ ਖਿਆਲ 2 ਘੰਟੇ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੂੰ ਉਹਨਾਂ ਦੀ ਰਿਹਾਇਸ਼ ਦੇ ਉੱਤੇ ਹੀ ਪੁੱਛਗਿੱਛ ਕੀਤੀ ਆ, ਤੇ ਅਕਾਲੀ ਦਲ 'ਚ ਬੜੀ ਬੁਖਲਾਹਟ ਹੋਈ ਆ। ਚੰਦੂ ਮਾਜਰਾ ਤੇ ਕੁਝ ਹੋਰ ਲੀਡਰਾਂ ਨੇ, ਜਿਹਨਾਂ 'ਚ ਗਰੇਵਾਲ ਸਾਹਿਬ ਵੀ ਨੇ, ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਇਨਸਾਫ ਦੇ ਨਾਂ ਤੇ ਇਹ ਸਿਆਸੀ ਸੀਨਾਜੋਰੀ ਹੋ ਰਹੀ ਆ ਤੇ ਸਾਨੂੰ ਉਮੀਦ ਆ ਅਦਾਲਤਾਂ ਤੋਂ, ਇਹਨਾਂ ਦੀਆਂ SITs ਤੋਂ ਕੋਈ ਉਮੀਦ ਨਹੀਂ। ਉਹਨਾਂ ਨੇ ਇਹ ਵੀ ਕਿਹਾ ਕਿ ਇੱਕ ਬੰਦਾ ਜਿਹੜਾ SIT ਤੋਂ ਬਾਹਰ ਦਾ ਵੀ ਵਿੱਚ ਬੈਠਾ ਸੀ। ਇਹਦਾ ਮਤਲਬ ਹੈ ਕਿ ਜੇ ਅੱਜ ਦੇ ਦਿਨ 'ਚ ਦੇਖਿਆ ਜਾਵੇ ਤਾਂ ਬੇਅਦਬੀ ਮਾਮਲਿਆਂ ਤੋਂ ਬਾਅਦ ਜਿਹੜੀਆਂ ਗੋਲੀਆਂ ਚੱਲੀਆਂ, ਪੁਲਿਸ ਦੀਆਂ ਨਾਲ ਕਤਲ ਹੋਏ, ਉਹਨਾਂ ਦੇ ਉੱਤੇ ਜਿਹੜੀ ਜਾਂਚ ਚੱਲਦੀ ਆ, ਇਹ ਕਿਸੇ ਤਣ ਪੱਤਣ ਲੱਗਣ ਵੱਲ ਵੱਧ ਰਹੀ ਆ। ਇਹਦੇ ਵਿੱਚ ਸਿਆਸੀ ਲੋਕ ਘੇਰੇ 'ਚ ਆ ਰਹੇ ਆ। ਘੇਰੇ 'ਚ ਆਇਆ ਸਿਆਸੀ ਬੰਦਾ ਰੌਲਾ ਅਕਸਰ ਪਾਉਂਦਾ ਹੁੰਦਾ। ਇਹਦੇ ਸੱਚ ਦੇ ਨਤਾਰੇ ਤਾਂ ਹੋਣਗੇ ਅਦਾਲਤਾਂ 'ਚ, ਲੇਕਿਨ ਦੂਜੀ ਵਾਰੀ SIT ਦੇ ਸਾਹਮਣੇ ਪ੍ਰਕਾਸ਼ ਸਿੰਘ ਬਾਦਲ ਦਾ ਪੇਸ਼ ਹੋਣਾ ਤੇ ਅਕਾਲੀ ਦਲ ਦਾ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਦੌਰਾਨ ਭੜਕਾਹਟ ਵਿੱਚ ਆਉਣਾ ਕਿ ਇਹ ਗਲਤ ਹੋ ਰਿਹਾ, ਇਹਦੇ ਵੀ ਕੋਈ ਅਰਥ ਨੇ? ਬਿਲਕੁਲ ਅਰਥ ਹੈਗੇ ਨੇ। ਤੁਸੀਂ ਇਹ ਦੇਖੋ ਕਿ ਕੱਲ ਕੁੰਵਰ ਵਿਜੇ ਪ੍ਰਤਾਪ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ, ਔਰ ਸਭ ਤੋਂ ਜ਼ਿਆਦਾ ਉਹਦਾ ਵਿਰੋਧ ਮਜੀਠੀਆ ਸਾਹਿਬ ਨੇ ਕੀਤਾ। ਔਰ ਕੁੰਵਰ ਵਿਜੇ ਪ੍ਰਤਾਪ ਉਹਨਾਂ ਨੇ ਵੀ ਆਪਣੀ ਜੁਆਇਨਿੰਗ ਤੋਂ 1 ਦਿਨ ਪਹਿਲੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਸੀ, ਸਾਰਾ ਅਟੈਕ ਮਜੀਠੀਆ ਉਹਨਾਂ ਤੇ ਸੀਗਾ ਉਹਨਾਂ ਦਾ। ਅੱਜ SIT ਬਾਦਲ ਸਾਹਿਬ ਦੇ ਘਰ ਪਹੁੰਚਦੀ ਹੈ, 2 ਘੰਟੇ ਉੱਥੇ ਰਹਿੰਦੀ ਹੈ। ਹੁਣ ਸਵਾਲ ਕੀ ਸੀਗੇ? ਹਾਲਾਂਕਿ ਕਿਹਾ ਜਾਂਦਾ ਹੈ ਕਿ ਸਵਾਲਾਂ ਦੀ ਬੜੀ ਲੰਬੀ ਚੌੜੀ ਲਿਸਟ ਸੀਗੀ ਕਿ ਜਿਸ ਦਿਨ ਇਹ ਗੋਲੀ ਚੱਲੀ ਉਸ ਦਿਨ ਤੁਸੀਂ ਕੀ ਕਰ ਰਹੇ ਸੀਗੇ। ਹੋ ਸਕਦਾ ਬਾਦਲ ਸਾਹਿਬ ਦਾ ਜਵਾਬ ਹੋਏ ਮੈਂ ਸੁੱਤਾ ਸੀਗਾ, ਜਾਂ ਉਹ ਕਹਿ ਰਹੇ ਹੋਣ ਕਿ ਵੀ ਮੈਂ ਕਿਸੇ ਦਾ ਫੋਨ ਅਟੈਂਡ ਕਰ ਰਿਹਾ ਸੀਗਾ, ਕਿਉਂਕਿ ਇਹ ਗੱਲਾਂ ਪਹਿਲੇ ਵੀ ਆ ਚੁੱਕੀ ਹੈ ਕਿ DGP ਸਾਹਿਬ ਜਿਹੜੇ ਉਸ ਟਾਈਮ ਦੇ ਹੁੰਦੇ ਸੀਗੇ, ਸੈਣੀ ਸਾਹਿਬ, ਤੇ ਬਾਦਲ ਸਾਹਿਬ ਦੀ ਅੱਧੀ ਰਾਤੀ ਗੱਲਾਂ ਹੋਈ ਸੀ। ਔਰ ਜਿਹੜੇ ਮਨਤਾਰ ਸਿੰਘ ਬਰਾੜ ਹੈਗੇ ਨੇ ਉੱਥੇ ਦੇ, ਉਹਨਾਂ ਦੀ ਵੀ ਅੱਧੀ ਰਾਤ ਬਾਦਲ ਸਾਹਿਬ ਨਾਲ ਗੱਲ ਹੋਈ ਸੀਗੀ। ਪਰ ਇਹਨਾਂ ਸਾਰੀ ਗੱਲਾਂ ਤੋਂ ਇਹ ਐਵੀਡੈਂਸ ਨਹੀਂ ਆਉਂਦੇ ਕਿ ਮੁੱਖ ਮੰਤਰੀ ਨੇ ਆਰਡਰ ਦਿੱਤੇ, ਯਾਨੀ ਉਸ ਟਾਈਮ ਦੇ ਮੁੱਖ ਮੰਤਰੀ, ਵੀ ਚਲਾ ਦਿਓ ਗੋਲੀ, ਕਿਉਂਕਿ ਗੋਲੀ ਚਲਾਉਣ ਦਾ ਆਰਡਰ ਮੌਕੇ ਤੇ SDM ਜਾਂ ਹੋਰ ਅਫਸਰ ਹੈਗੇ ਨੇ ਉਹ ਦਿੰਦੇ ਹੁੰਦੇ ਆ। ਔਰ ਕਦੀ ਵੀ ਮੌਕੇ ਦੇ ਵਿੱਚ ਮੁੱਖ ਮੰਤਰੀ ਦੇ ਰਿਟਨ ਆਰਡਰ ਤੇ ਕਦੀ ਵੀ ਨਹੀਂ ਆਉਂਦੇ ਕਿ ਵੀ ਤੁਸੀਂ ਹੁਣ ਆਹ ਲਓ ਜੀ ਗੋਲੀ ਚਲਾ ਦਿਓ, ਬਾਕੀ ਅਸੀਂ ਦੇਖ ਲਾਂਗੇ। ਯਾਨੀ ਇਹ ਜਿਹੜੀ ਕਮੇਟੀ ਚੱਲ ਰਹੀ ਹੈ, ਇਹ ਪੋਲੀਟੀਸਾਈਜ਼ ਕਰਨ ਦੀ ਗੱਲ ਤੇ ਜਿਹੜੇ ਅਕਾਲੀ ਦਲ ਆਰੋਪ ਲਗਾ ਰਿਹਾ ਹੈ ਉਹ ਬਿਲਕੁਲ ਠੀਕ ਹੈਗੇ ਹੈ ਕਿ ਕਿਸੇ ਨਾ ਕਿਸੇ ਜਗ੍ਹਾ ਜਦ ਐਦਾਂ ਦੀ ਖਬਰਾਂ ਛਪਦੀ ਹੈ ਵੀ SIT ਬਾਦਲ ਸਾਹਿਬ ਦੇ ਘਰ ਗਈ ਔਰ ਉਹਨਾਂ ਤੋਂ 2 ਘੰਟੇ 3 ਘੰਟੇ ਪੁੱਛਗਿੱਛ ਕੀਤੀ, ਉਹ ਆਪਣੇ ਆਪ ਹੀ ਇੰਡੀਕੇਟ ਚੱਲਦਾ ਵੀ ਇਹ ਵੀ ਆਰੋਪੀ ਹੈਗੇ ਹੈ। ਲੇਕਿਨ ਉਹ ਆਰੋਪ ਸਾਬਿਤ ਹੋਣਾ ਉਹ ਲੱਗਦਾ ਨਹੀਂ ਜਿੰਨੀ ਕੋਈ ਟੈਕਨੀਕਲ ਚੀਜ਼ ਅਸੀਂ ਜਾਣਦੇ ਹਾਂ। ਪਰ ਹਾਂ, ਫਜ਼ੀਅਤ ਤੇ ਹੁੰਦੀ ਹੈ। ਔਰ ਦੂਜੀ ਗੱਲ ਨਹੀਂ, ਪਰ ਦੇਖੋ ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਪਿੱਛੇ ਜਿਹੜੀ ਜੱਜਮੈਂਟ ਆਈ ਆ ਸਿੰਗਲ ਬੈਂਚ ਦੀ ਹਾਈ ਕੋਰਟ ਤੋਂ, ਉਹਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਰਾਤਾਂ ਸਿਆਸੀ ਬੰਦਿਆਂ ਨੂੰ ਮਿਲੀਆਂ, ਜਿਸ 'ਚ ਕੁੰਵਰ ਵਿਜੇ ਪ੍ਰਤਾਪ ਨੂੰ ਇੱਕ ਤਰ੍ਹਾਂ ਨਾਲ ਸਾਈਡ ਲਾਈਨ ਕੀਤਾ। ਸਵਾਲ ਤਾਂ ਇਹ ਹੈ ਕਿ 120 ਵੀ ਇੱਕ ਐਸੀ ਧਾਰਾ, ਕਹਿੰਦੇ ਜੀ ਜਦੋਂ ਤੁਸੀਂ ਕਿਸੇ ਨੇ ਸੋਚਿਆ ਵੀ ਕਿਸੇ ਚੀਜ਼ ਬਾਰੇ ਕਿ ਬੈਠੇ ਬੰਦੇ ਉਠਾ ਦਿਓ, ਜਾਂ ਕਿਸੇ ਨੇ ਕਿਸੇ ਦੂਰ ਜਗ੍ਹਾ ਇੱਕ ਖਿਆਲ ਵੀ ਫਲੋਟ ਕੀਤਾ, ਆਈਡੀਆ ਵੀ ਕਿਸੇ ਨਾਲ ਸ਼ੇਅਰ ਕੀਤਾ, ਚੀਜ਼ਾਂ ਤਾਂ ਜੁੜਦੀਆਂ ਨੇ। ਆਖਰ ਜਿਸ ਬੰਦੇ ਨੇ ਗੋਲੀ ਚਲਾਈ ਉਹ ਤੋਂ ਲੈ ਕੇ ਗਾਂ ਦੀ ਗਾਂ ਲੜੀ ਤੇ ਕੜੀ ਜੁੜਦੀ ਕਿੱਥੋਂ ਤੱਕ ਜਾਊਗੀ? ਗੋਲੀ ਉਦੋਂ ਚੱਲਦੀ ਆ, ਜਿਹੜਾ ਮੈਜਿਸਟ੍ਰੇਟ ਮੌਕੇ ਤੇ ਹੁੰਦਾ ਉਹਦੇ ਕੋਲੋਂ ਇਹ ਆਰਡਰ ਲਏ ਜਾਂਦੇ ਆ, ਜਿਹੜਾ ਪੁਲਿਸ ਦਾ ਆਪਣਾ ਜਿਹੜਾ ਉਹਨਾਂ ਦਾ ਨਿਯਮ ਆ ਉਹਦੇ ਵਿੱਚ। ਲੇਕਿਨ ਸਵਾਲ ਤਾਂ ਇਹ ਹੈ ਕਿ ਜੇ ਸਾਹਮਣੇ ਕੋਈ ਮੁਕਾਬਲਾ ਨਾ ਕਰ ਰਿਹਾ ਹੋਵੇ, ਸੰਗਤ ਬੈਠੀ ਸੰਗਤ ਦੇ ਉੱਤੇ ਭੜਕਾਟ ਤੋਂ ਬਿਨਾਂ ਜੇ ਗੋਲੀ ਚੱਲਦੀ ਆ, ਐਸੇ ਹਾਲਾਤ ਬਣਦੇ ਆ,
ਉਸ ਵੇਲੇ ਆਖਰ ਉਹਨਾਂ ਨੂੰ ਅਰਲੀ ਮਾਰਨਿੰਗ ਉਠਾਉਣ ਦਾ ਫਰਮਾਨ ਕਿਤਿਓਂ ਤੇ ਜਾਰੀ ਹੋਇਆ ਹੋਊਗਾ? ਉਹਦੇ ਵਿੱਚ ਕੋਈ ਸਿਆਸਤ ਹੈਗੀ ਕਿ ਨਹੀਂ, ਇਹ ਸਵਾਲ ਆ। ਇਹ ਬੜੇ ਵੱਡੇ ਮਸਲੇ ਆ, ਇਹਦੇ ਇੱਕ ਐਂਗਲ ਨਹੀਂ, ਇਹਦੇ ਕਈ ਕੋਣ ਨੇ ਭਾਸਕਰ ਸਾਹਿਬ। ਇਹੀ ਤਾਂ ਸਾਰਾ ਰੌਲਾ ਹੈ ਕਿ ਆਖਰ ਕਿਹਨੂੰ ਜ਼ਿਆਦਾ ਸੇਕ ਲੱਗ ਰਿਹਾ ਸੀ ਉਹਨਾਂ ਦਿਨਾਂ 'ਚ, ਸਿਆਸੀ ਤੌਰ ਤੇ ਨੁਕਸਾਨ ਕਿਹਨੂੰ ਹੋ ਰਿਹਾ ਸੀ। ਉਸ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਜਿਹਨੂੰ ਕਹਿੰਦੇ ਆ ਸਿਰਸੇ ਵਾਲਾ, ਉਹਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਫੈਸਲੇ ਹੋਏ ਅਕਾਲ ਤਖਤ ਸਾਹਿਬ ਤੋਂ। ਦੂਜਾ ਉਹਦੇ 'ਚ ਬਾਦਲ ਜਿਹੜੀ ਬਾਦਲ ਦਲ ਹੈ ਉਹਦੀ ਭੂਮਿਕਾ ਨੂੰ ਲੈ ਕੇ। ਉਸ ਤੋਂ ਬਾਅਦ ਸਾਰੀਆਂ ਚੀਜ਼ਾਂ ਨੂੰ ਕੋਈ ਨਹੀਂ ਕਹਿੰਦਾ ਕਿ ਉਹਨਾਂ ਨੇ ਗੋਲੀ ਚਲਵਾਈ ਹੈ, ਕੋਈ ਕਹਿ ਵੀ ਨਹੀਂ ਸਕਦਾ, ਨਾ ਇਹਨੂੰ ਕੋਈ ਪ੍ਰੂਫ ਕਰ ਸਕਦਾ, ਜਿੱਦਾਂ ਦਾ ਰੌਲਾ ਪੈਂਦਾ ਰਿਹਾ। ਲੇਕਿਨ ਕਈ ਪਹਿਲੂ ਐਸੇ ਆ ਕਿ ਜਿਹੜੇ ਉਦੋਂ ਜ਼ਿੰਮੇਵਾਰ ਸੀ ਉਹਨਾਂ ਨੇ ਸਮਾਂ ਰਹਿੰਦਿਆਂ ਕੀ ਕੀ ਕਾਰਵਾਈਆਂ ਕੀਤੀਆਂ। ਉਸ ਤੋਂ ਬਾਅਦ ਉਹਨਾਂ ਨੇ ਫਿਰ ਜੇ ਗੋਲੀ ਚੱਲ ਗਈ ਤੇ ਉਸ ਤੋਂ ਬਾਅਦ ਜ਼ਿੰਮੇਵਾਰਾਂ ਨੂੰ ਕਿੰਨਾ ਕਟਹਿਰੇ ਚ ਲਿਆਂਦਾ। ਉਸ ਤੋਂ ਬਾਅਦ ਜਿਹੜੇ ਕਮਿਸ਼ਨ ਬਣੇ, ਜੋ ਜ਼ੋਰਾ ਸਿੰਘ ਕਮਿਸ਼ਨ ਹੈ, ਉਹਨੂੰ ਤਵੱਜੋ ਕਿਉਂ ਨਾ ਦਿੱਤੀ ਗਈ, ਉੱਤੇ ਕਾਰਵਾਈ ਕਿਉਂ ਨਾ ਹੋਈ, ਬੜੇ ਐਸੇ ਸਵਾਲ ਆ। ਫਿਰ ਉਸ ਤੋਂ ਬਾਅਦ ਫਿਰ ਸਿਰਸਾ ਸੌਦਾ ਤੋਂ ਜਿਹੜੀ ਆ ਉਹ 2017 ਦੀ ਇਲੈਕਸ਼ਨ 'ਚ ਸਪੋਰਟ ਲੈ ਲਈ ਗਈ। ਇਹ ਜਦੋਂ ਕੜੀਆਂ ਤੇ ਲੜੀਆਂ ਜੁੜਦੀਆਂ ਨੇ ਤਾਂ ਕੁਦਰਤੀ ਤੌਰ ਤੇ ਅਦਾਲਤੀ ਪ੍ਰਕਿਰਿਆ ਦੇ ਵਿੱਚ ਇਹਨਾਂ ਨੂੰ ਖੰਗਾਲਿਆ ਜਾਊਗਾ। ਤੇ ਮੇਰੇ ਖਿਆਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਇਹ ਸਵਾਲ ਕੀਤੇ ਗਏ ਹੋਣਗੇ, ਰੈਲੇਵੈਂਟ ਜਿਹੜੇ ਸਵਾਲ ਹੋਣਗੇ ਕਿ ਕਦੋਂ ਕੀ ਵਾਪਰਦਾ, ਤੁਸੀਂ ਉਦੋਂ ਕਿੱਥੇ ਸੀ, ਤੁਹਾਨੂੰ ਕਿਸੇ ਨੇ ਪੁੱਛਿਆ ਕਿ ਨਹੀਂ, ਤੁਸੀਂ ਕਿਸੇ ਨਾਲ ਫੋਨ ਤੇ ਗੱਲ ਕੀਤੀ ਕਿ ਨਹੀਂ, ਕਿਉਂਕਿ ਫੋਨ ਰਿਕਾਰਡਸ, ਫੋਨ ਡਿਟੇਲਸ ਦਾ ਵੀ ਬੜਾ ਜ਼ਿਕਰ ਆਉਂਦਾ ਹੈ। ਸੋ ਮੈਨੂੰ ਲੱਗਦਾ ਕਿ ਬਾਦਲ ਕਿਆਂ ਨੂੰ ਮੁਸ਼ਕਲ ਤਾਂ ਆ ਹੀ ਰਹੀ ਹੋਊਗੀ ਜਦੋਂ ਹਾਈ ਕਮਾਂਡ ਕਹਿੰਦਾ ਕਿ ਤੁਸੀਂ, ਕਾਂਗਰਸ ਹਾਈ ਕਮਾਂਡ ਕਹਿੰਦਾ ਕਿ ਤੁਸੀਂ ਆਪਣੇ ਸਾਰੇ ਵਾਅਦੇ ਪੂਰੇ ਕਰਕੇ ਆਓ, ਤੇ ਸਾਰੇ ਵਾਅਦਿਆਂ ਚੋਂ 2 ਵਾਅਦੇ ਤਾਂ ਵੱਡੇ ਆ, ਇੱਕ ਨਸ਼ੇ ਵਾਲਾ ਤੇ ਇੱਕ ਬੇਅਦਬੀ ਵਾਲਾ। ਸੋ ਜਦੋਂ ਉਹ ਉੱਥੋਂ ਆ ਕੇ ਇੱਥੇ ਸਖਤੀ ਕਰਨਗੇ ਤਾਂ ਅਲਟੀਮੇਟਲੀ ਉਹ ਜਿਹੜੇ ਪੁਲਿਸ ਦੇ ਉਦੋਂ ਦੇ ਅਫਸਰ ਸੀਗੇ ਜਾਂ ਸਾਰਾ ਘਟਨਾਕ੍ਰਮ ਆ, ਭਾਰ ਸਾਰਾ ਉੱਥੇ ਪਊਗਾ। ਵੇਖਣਾ ਹੈ ਕਿ ਇਹਨਾਂ ਮਾਮਲਿਆਂ 'ਚ ਉੱਚੀਆਂ ਅਦਾਲਤਾਂ ਕਿੰਨਾ ਕੁ ਦਖਲ ਦੇ ਕੇ ਕਿੰਨੀ ਕੁ ਰਾਹਤ ਕਿਹਨੂੰ ਦਵਾਉਂਦੀਆਂ, ਪੋਲੀਟੀਕਲ ਵੰਡੈਟਾ ਦੇ 'ਚ ਕਿੰਨਾ ਕੰਮ ਕਰਦਾ, ਅਸਲੀਅਤਾਂ ਕਿਵੇਂ ਲੱਭੀਆਂ ਜਾਂਦੀਆਂ, ਪ੍ਰੋਫੈਸ਼ਨਲਿਜ਼ਮ ਜਿਹੜਾ ਉਹ ਕਿੰਨਾ ਅੱਗੇ ਇੱਥੇ ਹੁੰਦਾ ਕਿ ਪੁਲਿਸ ਕਿਸ ਪ੍ਰੋਫੈਸ਼ਨਲ ਲੀਆਂ ਤੇ ਇਹਦੀ ਅੱਗੇ ਜਾਂਚ ਕਰਦੀ ਆ। ਸੋ ਇਹ ਸਾਰੇ ਸਵਾਲਾਂ ਦਾ ਮੈਂ ਤੁਹਾਡੇ ਤੋਂ ਜਵਾਬ ਚਾਹੁੰਦਾ ਹੈ ਕਿਉਂਕਿ ਤੁਹਾਡਾ ਨਜ਼ਰੀਆ ਵੀ ਕਾਫੀ ਸੰਤੁਲਿਤ ਹੁੰਦਾ ਹੈ। ਰੰਧਾਵਾ ਜੀ, ਇਸ ਤੋਂ ਪਹਿਲੇ ਅਸੀਂ ਡਿਸਕਸ ਕਰ ਰਹੇ ਸੀਗੇ ਸਿੱਧੂ ਉਹਨਾਂ ਦਾ ਤੇ ਕੈਪਟਨ ਉਹਨਾਂ ਦਾ ਵਿਵਾਦ, ਤੇ ਕੈਪਟਨ ਉਹਨਾਂ ਨੂੰ ਵੀ ਸਿੱਧੂ ਦੇ ਐਲੀਗੇਸ਼ਨ ਤੋਂ ਬਾਅਦ ਡਰ ਤੇ ਲੱਗਦਾ ਹੋਏਗਾ, ਕਿਉਂਕਿ ਜਦ ਆਪੋਜੀਸ਼ਨ ਪਾਰਟੀ ਦੇ ਨਾਲ ਰਲੇ ਹੋਣ ਦਾ ਇਲਜ਼ਾਮ ਲੱਗਦਾ ਹੈ ਤੇ ਉਹਨਾਂ ਇਲਜ਼ਾਮਾਂ ਦੇ ਦਾਗ ਨੂੰ ਲਾਣਾ ਬਹੁਤ ਔਖਾ ਹੁੰਦਾ ਹੈ। ਦੂਜੇ ਪਾਸੇ ਡਰ ਅਕਾਲੀ ਦਲ ਨੂੰ ਵੀ ਲੱਗਦਾ ਹੈ ਕਿ ਜੇ ਕਿਤੇ ਸਿੱਧੂ ਆ ਗਿਆ ਤੇ ਫਿਰ ਤੇ ਸਾਡੇ ਮਤਲਬ ਤੁਸੀਂ ਅੱਗੇ ਸਮਝਦੇ ਹੋ ਵੀ ਕੀ ਹੋਏਗਾ। ਬਿਲਕੁਲ ਇਸ ਕਰਕੇ ਕੈਪਟਨ ਸਾਹਿਬ ਦੀ ਵੀ ਮਜਬੂਰੀ ਹੈ ਤੇ ਬਾਦਲਾਂ ਦੀ ਵੀ ਮਜਬੂਰੀ ਹੈ ਕਿ ਕਿਸੇ ਵੀ ਤਰੀਕੇ ਨਾਲ ਸਿੱਧੂ ਨੂੰ ਰੋਕਿਆ ਜਾਏ। ਇਸ ਕਰਕੇ ਹੀ SIT ਨੂੰ ਇੱਕ ਤਰੀਕੇ ਨਾਲ ਕੋਆਪਰੇਟ ਕਰਨ ਦੀ ਗੱਲ ਸ਼ਾਇਦ ਉਹਦੀ ਇੱਕ ਵਜ੍ਹਾ ਇਹ ਵੀ ਹੋ ਸਕਦੀ ਹੈ। ਪਰ SIT ਜਦ ਅੰਦਰ ਜਾਂਦੀ ਹੈ ਔਰ ਸਵਾਲ ਪੁੱਛਦੀ ਹੈ ਕਿ ਵੀ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਤੁਸੀਂ ਮਾਫੀ ਕਿਉਂ ਦਿਲਵਾਈ ਸੀ, ਕਿਉਂ ਜਥੇਦਾਰ ਘਰ ਬੁਲਾਏ ਸੀਗੇ, ਜੇ ਇੱਦਾਂ ਦੇ ਸਵਾਲ ਪੁੱਛੇ ਜਾਣਗੇ ਤੇ ਨੈਚੁਰਲੀ ਅਕਾਲੀ ਦਲ ਨੂੰ ਇਹ ਔਖੇ ਸਵਾਲਾਂ ਦਾ ਜਵਾਬ ਦੇਣਾ ਬਾਕੀ ਔਖਾ ਲੱਗੇਗਾ। ਔਰ ਦੂਜੇ ਪਾਸੇ ਸਿੱਧੂ ਨੂੰ ਰੋਕਣਾ ਉਹ ਅਕਾਲੀ ਦਲ ਦੀ ਉਸ ਤੋਂ ਜ਼ਿਆਦਾ ਵੱਡੀ ਮਜਬੂਰੀ ਹੈ ਜਿੰਨੀ ਕੁ ਕੈਪਟਨ ਸਾਹਿਬ ਦੀ ਹੈ। ਉਸ ਤੋਂ ਜ਼ਿਆਦਾ ਅਕਾਲੀ ਦਲ ਨਹੀਂ ਚਾਹੁੰਦਾ ਕਿ ਵੀ ਸਿੱਧੂ ਆਏ। ਹੁਣ ਗੱਲ ਰਹੀ ਕਿ ਅੱਜ ਬਾਦਲ ਸਾਹਿਬ ਤੋਂ ਜੋ ਸਵਾਲ ਪੁੱਛੇ ਉਹ ਹਜੇ ਬਹੁਤ ਬਾਹਰ ਤੇ ਨਹੀਂ ਆਏ ਵੀ ਸਵਾਲ ਕੀ ਸੀਗੇ, ਜਵਾਬ ਕੀ ਸੀਗੇ। ਜੇ ਸਵਾਲ ਸਿਰਫ ਗੋਲੀ ਚਲਾਉਣ ਦੇ ਹੁਕਮਾਂ ਦੇ ਸੀਗੇ ਤਾਂ ਉਹ ਤੇ ਮੈਨੂੰ ਲੱਗਦਾ ਵੀ ਉਹਦੇ ਵਾਸਤੇ 3 ਘੰਟੇ ਬੈਠਣ ਦੀ ਕੋਈ ਬਹੁਤੀ ਲੋੜ ਨਹੀਂ ਸੀ। ਬਿਲਕੁਲ ਜਦ ਵੀ SIT ਅੰਦਰ ਜਾਂਦੀ ਹੈ ਨਾ, ਉਹ ਇੱਕ ਕੁਐਸਚਨਏਅਰ ਬਣਾਉਂਦੀ ਹੈ ਔਰ ਉਸ ਕੁਐਸਚਨਏਅਰ ਦੇ ਉੱਤੇ ਹਾਂ ਨਾ ਜੋ ਵੀ ਜਵਾਬ ਹੈਗੇ ਹੈ ਉਹ ਬੜੀ ਛੇਤੀ ਲਿੱਤੇ ਜਾਂਦੇ ਨੇ, ਕਿਉਂਕਿ ਕਿਹਾ ਜਾ ਰਿਹਾ ਸੀ ਵੀ SIT ਗੋਲੀ ਕਾਂਡ ਜਾਂ ਗੋਲੀ ਚਲੀ ਜਿਹੜੀ ਉੱਥੇ ਉਸ ਬਾਰੇ 'ਚ ਪੁੱਛਣ ਗਈ ਹੈ। ਹੁਣ ਜਿਹੜੀ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਹਾਈ ਕੋਰਟ ਨੇ ਰਿਜੈਕਟ ਕੀਤੀ, ਉਹਦੇ ਵਿੱਚ ਪਹਿਲਾ ਪੁਆਇੰਟ ਇਹੀ ਸੀਗਾ ਕਿ ਤੁਸੀਂ ਆਪਣੀ ਇਨਵੈਸਟੀਗੇਸ਼ਨ ਇੱਥੋਂ ਹੀ ਸ਼ੁਰੂ ਕੀਤੀ ਕਿ ਪੀਸਫੁਲ ਪ੍ਰੋਟੈਸਟਰਸ ਦੇ ਉੱਤੇ ਤੁਸੀਂ ਗੋਲੀ ਚਲਵਾਈ, ਤੇ ਤੁਸੀਂ ਇਹ ਦੱਸੋ ਕਿ ਤੁਹਾਨੂੰ ਕਿੰਨੇ ਦੱਸਿਆ ਕਿ ਉਹ ਪੀਸਫੁਲ ਪ੍ਰੋਟੈਸਟਰ ਸੀਗੇ, ਜਦ ਕਿ ਉਸ ਤੋਂ ਪਹਿਲੇ SDM ਦੇ 2 ਵਾਰ ਹੁਕਮ ਹੋ ਗਏ ਸੀਗੇ ਕਿ ਉੱਥੇ ਲਾਠੀ ਚਾਰਜ ਦੇ ਆ, ਇਹਦਾ ਮਤਲਬ ਪੀਸਫੁਲ ਪ੍ਰੋਟੈਸਟਰ ਨਹੀਂ ਸੀਗੇ। ਯਾਨੀ ਇਹ ਸਾਰੀ ਗੱਲਾਂ ਹੈਗੀਆਂ। SIT ਨੂੰ ਘੁਮਾਇਆ ਜਾ ਰਿਹਾ ਹੈ, ਉਹਨਾਂ ਅਫਸਰਾਂ ਨੂੰ ਰਾਤੋਂ ਰਾਤ ਪ੍ਰਮੋਸ਼ਨ ਦੇਣ ਦਾ ਮੁੱਦਾ ਵੀ ਅਕਾਲੀ ਦਲ ਨੇ ਚੱਕਿਆ ਕਿ ਵੀ ਤੁਸੀਂ ਜਿਹੜੇ ਨਵੀਂ SIT ਬਣਾਈ ਹੈ ਉਹਦੇ ਵਿੱਚ ਉਹਨਾਂ ਨੂੰ ਪ੍ਰਮੋਸ਼ਨਾਂ ਦਾ ਲਾਲਚ ਦੇ ਕੇ ਆਪਣੀ ਰਾਜਨੀਤਿਕ ਜਿਹੜੇ ਮੁੱਦੇ ਹੈਗੇ ਨੇ ਜਾਂ ਮਕਸਦ ਹੈਗੇ ਨੇ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਇਹ ਹਜੇ ਗੱਲ ਸ਼ੁਰੂ ਹੋਈ ਹੈ ਔਰ ਉਹਨਾਂ ਮੁੱਦਿਆਂ ਦੇ ਉੱਤੇ, ਜਿਨ੍ਹਾਂ ਮੁੱਦਿਆਂ ਦੇ ਉੱਤੇ ਕੈਪਟਨ ਸਾਹਿਬ ਨੂੰ ਕਿਹਾ ਵੀ ਛੇਤੀ ਤੋਂ ਛੇਤੀ ਐਕਸ਼ਨ ਲਓ, ਉਹਦੇ ਵਿੱਚ ਸਭ ਤੋਂ ਵੱਡਾ ਮੁੱਦਾ ਜਿੱਦਾਂ ਤੁਸੀਂ ਕਿਹਾ ਵੀ ਉਹ ਇਹ ਵੇ ਕਿ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਲਾਣਾ। ਉਹਦੀ ਇੱਕ ਕੜੀ ਦੇ ਵਿੱਚ ਇਹ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਔਰ SIT ਜਿਹੜੀ ਨਵੀਂ ਬਣੀ ਹੈ
ਬੜੀ ਤੇਜ਼ੀ ਨਾਲ ਕੰਮ ਕਰ ਰਹੀ ਹੈ, ਪ੍ਰਮੋਸ਼ਨਾਂ ਤੇ ਮਿਲ ਗਈਆਂ, ਪਰ ਪ੍ਰਮੋਸ਼ਨਾਂ ਦੇ ਨਾਲ ਇੱਕ ਦਬਾਅ ਵੀ ਉਹਨਾਂ ਨੂੰ ਮਿਲਿਆ ਕਿ ਵੀ ਛੇਤੀ ਤੋਂ ਛੇਤੀ ਮੁੱਦੇ ਦਾ ਹੱਲ ਕਰੋ ਔਰ ਮੇਰੀ ਜਾਨ ਛੁਡਾਓ। ਇਹ ਵੀ ਕੈਪਟਨ ਸਾਹਿਬ ਦੀ ਇੰਸਟਰਕਸ਼ਨ ਉਹਨਾਂ ਨੂੰ ਮਿਲੀ ਹੋਈ ਹੈ। ਡੈਫੀਨੇਟਲੀ ਜਿਹੜੀ ਅਕਾਲੀ ਦਲ ਦਾ ਇਲਜ਼ਾਮ ਹੈ ਕਿ ਕੁਝ ਪ੍ਰਮੋਸ਼ਨਸ ਹੋਈਆਂ ਨੇ, ਐਲਕੇ ਯਾਦਵ ਬਾਰੇ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਏਡੀਜੀਪੀ ਬਣਾਇਆ ਗਿਆ। ਸਾਡੇ ਕੋਲ ਇਸ ਤਰ੍ਹਾਂ ਦੇ ਕੋਈ ਪੁਖਤਾ ਤੱਥ ਨਹੀਂ ਜਿੱਤੋਂ ਅਸੀਂ ਕਹਿ ਸਕੀਏ ਕਿ ਅਕਾਲੀ ਦਲ ਨੇ ਜੋ ਇਲਜ਼ਾਮ ਲਾਏ ਉਹ ਪੇਪਰ ਤੇ ਉਹ ਕੀ ਉਹਨਾਂ ਦੀ ਡਿਊ ਸੀ ਜਾਂ ਆਊਟ ਆਫ ਦਾ ਟਰਨ ਉਹਨਾਂ ਨੂੰ ਬਣਾਇਆ ਗਿਆ, ਇਹ ਵੱਖਰੇ ਸਵਾਲ ਆ। ਲੇਕਿਨ ਇੱਕ ਸਵਾਲ ਤੇ ਬਹੁਤ ਵੱਡਾ ਹੈ ਕਿ ਅੱਜ ਦੋ ਧਨੰਤਰ ਜਿਨ੍ਹਾਂ ਦੇ ਰਾਜ ਦੇ ਵਿੱਚ ਸੂਰਜ ਨਹੀਂ ਸੀ ਡੁੱਬਦਾ, ਬਾਦਲ ਸਾਹਿਬ ਲਗਾਤਾਰ 2 ਵਾਰੀ ਬਣੇ, ਉਸ ਤੋਂ ਪਹਿਲਾਂ 3 ਵਾਰੀ ਬਣੇ, ਔਰ ਕੈਪਟਨ ਸਾਹਿਬ ਦਾ ਵੀ ਇਹੀ ਹੈ, ਕਹਿੰਦੇ ਸੀ ਕੈਪਟਨ ਆ ਤੇ ਕਾਂਗਰਸ ਆ ਤੇ ਕਾਂਗਰਸ ਆ ਤੇ ਕੈਪਟਨ ਆ ਪੰਜਾਬ 'ਚ। ਅੱਜ ਦੋਨੇ ਇੱਕ ਦੂਜੇ ਦੇ ਸਾਹਮਣੇ ਆ ਜਿਨ੍ਹਾਂ ਦੇ ਉੱਤੇ ਰਲੇ ਹੋਣ ਦਾ ਦੋਸ਼ ਆ। ਅੱਜ ਮਜਬੂਰੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਇਤਿਹਾਸ ਦੇ ਵਿੱਚ ਆਪਣੀ ਥਾਂ ਠੀਕ ਠਾਕ ਬਣਾਉਣ ਲਈ ਇਹ ਫੈਸਲੇ ਕਰਨੇ ਪੈਣਗੇ ਕਿ ਮੈਂ ਸਿੱਧੂ ਜਾਂ ਕਿਸੇ ਹੋਰ ਦੇ ਦਬਾਅ ਦੇ ਵਿੱਚ ਕਾਰਵਾਈ ਨਹੀਂ ਕਰ ਰਿਹਾ, ਮੇਰੀ ਡਿਊਟੀ ਸੀ, ਮੈਂ ਕਰ ਰਿਹਾ ਔਰ ਠੀਕ ਦਿਸ਼ਾ 'ਚ ਕਰ ਰਿਹਾ। ਲੇਕਿਨ ਲੱਗੇ ਦਾਗ ਕਹਿੰਦੇ ਲਾਉਣੇ ਔਖੇ ਹੁੰਦੇ ਆ, ਭਾਵੇਂ ਗਲਤੀ ਲੱਗੇ ਹੋਣ। ਇਹ ਤਾਂ ਸਾਫ਼ ਚਿੱਟੇ ਦਿਨ ਵਾਂਗ ਹੈਗਾ ਕਿ 4.5 ਸਾਲ ਕਾਰਵਾਈ ਕਿਉਂ ਨਹੀਂ ਹੋਈ, ਲੇਕਿਨ ਦਾਗ ਤਾਂ ਦਾਗ ਹੁੰਦੇ ਆ। ਇਹਨਾਂ ਨੂੰ ਨਾਲ ਲੈ ਕੇ ਜੀਣਾ ਪੋਲੀਟੀਸ਼ੀਅਨਸ ਨੇ ਸ਼ਾਇਦ ਸਿੱਖ ਲਿਆ, ਇਹਨਾਂ ਨੇ ਸਿੱਖ ਲਿਆ ਕਿ ਇਹਦੇ ਨਾਲ ਹੀ ਤੁਰਨਾ ਪੈਣਾ, ਕਿਉਂਕਿ ਅੱਜ ਜਿਸ ਦੌਰ 'ਚ ਅਸੀਂ ਜੀ ਰਹੇ ਹਾਂ ਉਹਦੇ ਵਿੱਚ ਕਿਸੇ ਦਾ ਵੀ ਕੋਈ ਪਤਾ ਨਹੀਂ ਕਿ ਉਹਦੇ ਉੱਤੇ ਕਦੋਂ ਕਿਹੜਾ ਕੌਣ ਕਿੱਥੋਂ ਇਲਜ਼ਾਮ ਲਾ ਦੇ। ਤੇ ਫਿਰ ਇਹ ਐਸੀ ਅਦਾਲਤ ਆ ਦੁਨੀਆ ਦੀ ਜਿਹਦੇ ਵਿੱਚ ਮੁੜ ਕੇ ਆਪਣੇ ਆਪ ਨੂੰ ਹੀ ਪ੍ਰੂਵ ਕਰਨਾ ਹੁੰਦਾ ਕਿ ਤੁਸੀਂ ਠੀਕ ਹੋ, ਲੇਕਿਨ ਉਹਦੇ ਵਿੱਚ ਜਿਹੜੀ ਫਜ਼ੀਅਤ ਹੁੰਦੀ ਆ ਇਨ ਬਿਟਵੀਨ ਉਹਦਾ ਕੋਈ ਪਾਰਾਵਾਰ ਨਹੀਂ। ਸੋ ਅੱਜ ਦਿੱਲੀ ਔਰ ਚੰਡੀਗੜ੍ਹ ਦੋਵਾਂ ਰਾਜਧਾਨੀਆਂ 'ਚ ਜਿਹੜੀਆਂ ਰਾਜਧਾਨੀਆਂ ਸਾਡੀਆਂ ਕਦੇ ਨਹੀਂ ਹੋਈਆਂ, ਉਹਨਾਂ ਦੇ ਵਿੱਚ ਸਾਡੇ ਅਖੌਤੀ ਲੀਡਰ ਜਿਹੜੇ ਸਦਾ ਹੀ ਪੰਜਾਬ ਤੇ ਇੱਥੋਂ ਦੇ ਲੋਕਾਂ ਦੇ ਲੀਡਰ ਬਣ ਕੇ ਰਹਿੰਦੇ ਆ, ਲੇਕਿਨ ਇਹਦੇ ਹੱਕ 'ਚ ਹਿੱਤ 'ਚ ਨਹੀਂ ਖੜਦੇ। ਜਦੋਂ ਬਲੂ ਸਟਾਰ ਆਪਰੇਸ਼ਨ ਹੁੰਦਾ ਹੈ ਉਸ ਤੋਂ ਪਹਿਲਾਂ ਜਿੰਨੀ ਗੱਲਬਾਤ ਸੀ ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਨੈਗੋਸੀਏਸ਼ਨਸ ਦੌਰਾਨ ਸੀਗੇ, ਬਾਦਲ ਸਾਹਿਬ ਵੀ ਸੀਗੇ, ਲੇਕਿਨ ਉਹ ਭਾਣੇ ਵਾਪਰ ਗਏ। ਉਸ ਤੋਂ ਬਾਅਦ ਸਾਡੇ ਤੇ ਲਗਾਤਾਰ ਕਰਜ਼ੇ ਤੋਂ ਲੈ ਕੇ ਸਾਰੀਆਂ ਅਲਾਮਤਾਂ ਭਾਰੀ ਹੁੰਦੀਆਂ ਰਹੀਆਂ। ਇਹ ਉਦੋਂ ਦੋਵੇਂ ਲੀਡਰ ਸੀਗੇ। ਜਿੱਥੋਂ ਤੱਕ ਹੁਣ ਅਸੀਂ ਤੁਰ ਆਏ ਹਾਂ ਤੇ ਇਹਨਾਂ ਰਾਹਾਂ ਦੇ ਉੱਤੇ ਜਿੰਨੇ ਵੀ ਕੰਢੇ ਨੇ, ਜਿੰਨੇ ਵਿਖੜੇ ਰਾਹ ਨੇ, ਜਿੰਨੀਆਂ ਦੁਸ਼ਵਾਰੀਆਂ ਨੇ, ਉਹ ਸਾਰੀਆਂ ਇਹਨਾਂ ਦੇ ਰਾਜਾਂ ਦੇ ਵਿੱਚ ਅੱਗੇ ਵੱਧਦੀਆਂ ਆਈਆਂ। ਸੋ ਪੰਜਾਬ ਦੇ ਲੋਕ ਇਹਨੂੰ ਕਿਵੇਂ ਦੇਖਣ, ਕਿਵੇਂ ਲੈਣ, ਸਮਝ ਨਹੀਂ ਆਉਂਦੀ। ਕਦੇ ਸਾਨੂੰ ਆਪਣੇ ਲੱਗਦੇ ਆ, ਕਦੇ ਸਾਨੂੰ ਆਪਣਿਆਂ ਦੇ ਭੇਸ ਵਿੱਚ ਕੁਝ ਹੋਰ ਲੱਗਦੇ ਆ। ਸੋ ਚਿਹਰਿਆਂ ਨੂੰ ਪਛਾਣਨਾ ਔਖਾ ਹੋ ਗਿਆ। ਸਿਆਸਤ ਬੜੇ ਰੰਗ ਬਦਲ ਲੈਂਦੀ ਹੈ ਤੇ ਚਿਹਰਿਆਂ ਦੇ ਪਛਾਣੇ ਜਾਣ ਵਾਲੇ ਰੰਗਾਂ ਨੂੰ ਅਜੇ ਅਸੀਂ ਪਛਾਣਨਾ ਸਿੱਖਣਾ ਹੈ। ਕੋਸ਼ਿਸ਼ ਕਰਾਂਗੇ ਇਸ ਕਵਾਇਦ ਨੂੰ ਅੱਗੇ ਤੋਰੀ ਰੱਖੀਏ, ਤੁਸੀਂ ਸਾਥ ਬਣਾਈ ਰੱਖਿਓ। ਜਿੱਥੇ ਕਿਤੇ ਤੁਹਾਨੂੰ ਲੱਗਦਾ ਕਿ ਫੀਡਬੈਕ ਦੀ ਲੋੜ ਆ ਕਿ ਇਹ ਕੁਝ ਦਰੁਸਤ ਕਰੀਏ, ਸਾਨੂੰ ਲਿਖ ਭੇਜਿਆ ਕਰੋ। ਵੱਖਰੀ ਗੱਲ ਆ ਕਈ ਵਾਰੀ ਜਵਾਬ ਨਹੀਂ, ਕਈ ਵਾਰੀ ਕਿ ਅਕਸਰ ਅਸੀਂ ਜਵਾਬ ਦੇਣ ਦੇ ਸਮਰੱਥ ਨਹੀਂ ਹੁੰਦੇ, ਪਰ ਇਹ ਵੀ ਨਹੀਂ ਕਿ ਅਸੀਂ ਤੁਹਾਡੇ ਭੇਜੇ ਸੁਨੇਹੇ ਨੂੰ ਪੜ੍ਹਦੇ ਨਹੀਂ। ਤੁਸੀਂ ਸਾਡੇ ਨਾਲ ਸਾਡੇ ਅੰਗ ਸੰਗ ਤੁਰਦੇ ਰਹਿੰਦੇ ਹੋ, ਉਹੀ ਸਾਡੀ ਖੂਬਸੂਰਤੀ ਆ, ਉਹੀ ਸਾਡੀ ਤਾਕਤ ਆ। ਇਹ ਸਾਥ ਬਣਾਈ ਰੱਖੋਗੇ ਤੇ ਸਾਡਾ ਹੌਸਲਾ ਬਣਿਆ ਰਹੇਗਾ। ਅਦਰਵਾਈਜ਼ ਬਹੁਤ ਲੋਕ ਆਉਂਦੇ ਤੇ ਚਲੇ ਜਾਂਦੇ ਆ। ਤੁਸੀਂ ਆਪਣਾ ਖਿਆਲ ਜ਼ਰੂਰ ਰੱਖਿਓ। ਸਿਹਤ ਅਜੇ ਵੀ ਜ਼ਰੂਰੀ ਆ। ਅਜੇ ਵੀ ਕੋਵਿਡ ਨੂੰ ਲੈ ਕੇ ਕੁਝ ਵੀ ਐਸਾ ਨਹੀਂ ਕਿ ਜਿਹਨੂੰ ਕਿਹਾ ਜਾ ਸਕੇ ਕਿ ਹੁਣ ਸਭ ਠੀਕ ਹੈ। ਸੋ ਇਹ ਠੀਕ ਰਹਿਣ 'ਚ ਹੀ ਠੀਕ ਹੈ ਸਭ। ਬਹੁਤ ਮਿਹਰਬਾਨੀ ਭਾਸਕਰ ਸਾਹਿਬ, ਧੰਨਵਾਦ। ਧੰਨਵਾਦ ਜੀ।